आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਗਲ ਲਾਕੋ ਮਾਰ ਕੈ, ਸਤਿਗੁਰ ਪਾਏ ਪ੍ਰਮੋਦ। ਫਤਿਹ ਲੀਨ ਬੜ ਜੰਗ ਕੀ, ਹਟੇ ਪਾਸ਼ਲੀ ਕੋਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸ਼ਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਲਈਏ। ਜੋ ਗੁਰੂ ਦਰਬਾਰ ਵਿੱਚ, ਇਸ ਗੁਰੂ ਦਰਬਾਰ ਵਿੱਚ ਲੜੀਵਾਰ ਕਥਾ 6ਵੇਂ ਪਾਤਸ਼ਾਹ ਦੀ ਚੱਲ ਰਹੀ ਸੀ, ਫਿਰ ਉਸ ਲੜੀ ਨਾਲ ਜੁੜ ਜਾਈਏ, ਕਿਉਂਕਿ ਪਿਛਲੇ 2 ਵੀਕ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਪ੍ਰਸੰਗ, ਜੋ ਇਹ ਸ਼ਹੀਦੀ ਹਫ਼ਤੇ ਲੰਘੇ ਹਨ, 20 ਦਸੰਬਰ ਤੋਂ ਲੈ ਕੇ ਅੱਜ ਤੱਕ ਸਾਰੇ ਸਮਾਗਮ ਮਨਾਏ ਗਏ ਹਨ। ਹੁਣ ਅੱਗੇ ਜੋ ਕਥਾ ਹੈ ਉਹ ਮਹਾਰਾਜ 6ਵੇਂ ਪਾਤਸ਼ਾਹ ਦੀ ਜੋ ਪਹਿਲਾਂ ਚੱਲ ਰਹੀ ਸੀ, ਉਹ ਦੁਬਾਰਾ ਲੜੀ ਅੱਗੇ ਆਰੰਭ ਹੋ ਰਹੀ ਹੈ। ਪਿੱਛੇ ਆਪਾਂ ਸੁਣਿਆ ਸੀ ਕਿ ਲੱਲਾ ਬੇਗ 35,000 ਫੌਜ ਲੈ ਕੇ ਮਹਾਰਾਜ 6ਵੇਂ ਪਾਤਸ਼ਾਹ ਨਾਲ ਯੁੱਧ ਕਰਨ ਆਇਆ ਸੀ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਵਿੱਚ ਲੱਲਾ ਬੇਗ ਨੂੰ ਮਾਰ ਕੇ ਉਹਨਾਂ ਦੀਆਂ ਫੌਜਾਂ ਸਮੇਟ ਦਿੱਤੀਆਂ ਅਤੇ ਸਾਰਾ ਯੁੱਧ ਜਿੱਤ ਲਿਆ। ਉਸ ਤੋਂ ਬਾਅਦ ਅੱਗੇ ਕੀ ਹੋਇਆ, ਆਓ ਸਰਵਣ ਕਰੀਏ। ਪਿਆਰ ਨਾਲ 6ਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਗਲ ਲਾਕੋ ਮਾਰ ਕੈ, ਲੱਲਾ ਬੇਗ ਨੂੰ ਮਾਰ ਕੇ ਸਤਿਗੁਰ ਪਾਏ ਪ੍ਰਮੋਦ। ਸਤਿਗੁਰੂ ਜੀ ਪ੍ਰਸੰਨ ਹੋਏ ਹਨ, ਜਿੱਤ ਪ੍ਰਾਪਤ ਹੋਈ ਹੈ। ਫਤਿਹ ਲੀਨ ਬੜ ਜੰਗ ਕੀ, ਔਰ ਜੰਗ ਦੀ ਫਤਿਹ ਹੋ ਗਈ ਹੈ, ਜੰਗ ਜਿੱਤਿਆ ਗਿਆ ਹੈ। ਹਟੇ ਪਾਸ਼ਲੀ ਕੋਦ। ਜੰਗ ਜਿੱਤ ਕੇ ਗੁਰੂ ਸਾਹਿਬ ਪਿਛਾਂ ਨੂੰ ਮੁੜੇ ਹਨ। ਸਵਈਆ ਛੰਦ ਦਇਓ ਹੁਕਮ ਸਭ ਸੈਨਾ ਕੇ ਪ੍ਰਤ, ਸਾਰੀ ਫੌਜ ਨੂੰ ਹੁਕਮ ਦਿੱਤਾ ਹੈ, ਹੇਲ ਕਰੋ ਤੁਰਕਨ ਪਰ ਧਾਏ। ਤੁਰਕਾਂ ਤੇ ਹੱਲਾ ਕਰਕੇ ਰਹਿ ਸੋ ਕਟੋ ਮਿਲੋ ਸੋ ਸ਼ੋਰ ਹੋ। ਜਿਹੜਾ ਅੱਗੋਂ ਅੜੇ ਉਸ ਨੂੰ ਝਟਕ ਦਿਓ, ਤੇ ਜਿਹੜਾ ਹਥਿਆਰ ਸੁੱਟ ਦੇਵੇ ਉਹਨੂੰ ਨਾ ਮਾਰੋ। ਤਿਆਗੈ ਸ਼ਾਸਤਰ ਸੋ ਲੇਹ ਬਚਾਏ, ਜਿਹੜਾ ਸ਼ਸਤਰ ਛੱਡ ਕੇ ਸ਼ਰਨ ਪੈਂਦਾ ਉਹਨੂੰ ਬਚਾ ਲਵੋ। ਸਰਬ ਚ ਮੂੰਹ ਪਤ ਹੋਤ ਭਇਓ ਹਤ, ਸਾਰੇ ਸੈਨਾਪਤੀ ਮਾਰੇ ਗਏ। ਲੱਲਾ ਬੇਗ ਮਾਰਿਆ ਗਿਆ, ਉਹਦਾ ਭਾਣਜਾ ਕਾਬਲ ਬੇਗ, ਉਹਦੇ ਭਰਾ ਕੰਬਰ ਬੇਗ, ਇਸੇ ਤਰ੍ਹਾਂ ਉਹਦੇ ਪੁੱਤਰ ਕਾਸ਼ਮ ਬੇਗ ਵਗੈਰਾ ਸਾਰੇ ਮਾਰੇ ਗਏ ਹਨ। ਬਿਨ ਭੂਪਤ ਕੋ ਲਰ ਨਾ ਸਕਾਏ, ਕਰੈ ਭੂਪ ਬਿਨਾ ਕਰੈ ਕੌਣ ਲੜਾਈ। 10ਵੇਂ ਪਾਤਸ਼ਾਹ ਨੇ ਲਿਖਿਆ ਵੀ ਰਾਜੇ ਤੋਂ ਬਿਨਾ ਕੋਈ ਲੜ ਨਹੀਂ ਸਕਦਾ। ਇਹ ਬਾਣੀ ਦੇ ਬਚਨ ਨੇ। ਭੂਪ ਬਿਨਾ ਕਰੈ ਕੌਣ ਲੜਾਈ, ਰਾਜੇ ਤੋਂ ਬਿਨਾ ਕੌਣ ਲੜੇਗਾ। ਸੋ ਇਸ ਤਰ੍ਹਾਂ ਹੁਣ ਉਹਨਾਂ ਦਾ ਕੋਈ ਸੈਨਾਪਤੀ, ਕੋਈ ਯੋਧਾ ਉਹਨਾਂ ਦਾ ਮੁਖੀ ਨਹੀਂ ਰਿਹਾ। ਕੌਣ ਹੁਣ ਫੌਜਾਂ ਕਿਵੇਂ ਲੜਨਗੀਆਂ, ਕਿਹਦੇ ਆਸਰੇ ਤੇ ਕਿਹਦੀ ਅਗਵਾਈ ਵਿੱਚ ਲੜਨਗੀਆਂ। ਨਾਲੇ ਫੌਜਾਂ ਵੀ ਸਾਰੀਆਂ ਮਾਰੀਆਂ ਗਈਆਂ ਹਨ। ਕਰੋ ਫਤਿਹ ਅਬ ਅੰਤ ਭਇਓ ਰਣ, ਮਹਾਰਾਜ ਸਿੱਖਾਂ ਨੂੰ ਕਹਿੰਦੇ ਹੁਣ ਫਤਿਹ ਕਰ ਲਓ, ਜੰਗ ਦਾ ਅੰਤ ਹੋ ਗਿਆ, ਸਮਾਪਤੀ ਹੋ ਗਈ ਹੈ, ਲੜਾਈ ਮੁੱਕ ਗਈ ਹੈ। ਸ਼੍ਰੀ ਨਾਨਕ ਜੀ ਭਏ ਸਹਾਏ, ਗੁਰੂ ਨਾਨਕ ਦੇਵ ਜੀ ਮਹਾਰਾਜ ਸਹਾਈ ਹੋਏ ਨੇ। ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਫਤਿਹ ਦਿੱਤੀ ਹੈ। ਸੁਨ ਆਇਸ ਕੋ ਗਹੀ ਕਿਰਪਾਨੈ, ਸਿੱਖਾਂ ਨੇ ਮਹਾਰਾਜ ਦਾ ਹੁਕਮ ਪਾ ਕੇ ਤੇਗਾਂ ਧੂ ਲਈਆਂ। ਬਾਜ ਸਮਾਨ ਗਏ ਸਭ ਸੂਰ, ਬਾਜ ਦੀ ਤਰ੍ਹਾਂ ਸ਼ਿਕਾਰ ਤੇ ਜਿਵੇਂ ਬਾਜ ਝਪਟ ਮਾਰ ਕੇ ਜਾਂਦਾ, ਇਵੇਂ ਸੂਰਮੇ ਗਏ ਹਨ ਤੁਰਕਾਂ ਉੱਤੇ। ਮਨੋ ਮਰਗਨ ਪਰ ਕੇ ਹਰ ਦੌਰੇ, ਇੰਝ ਸਮਝ ਲਓ ਵੀ ਹਿਰਨਾਂ ਦੇ ਝੁੰਡ ਤੇ ਬੱਬਰ ਸ਼ੇਰ ਦੌੜ ਕੇ ਗਏ ਹੋਣ। ਮਾਰ ਮਾਰ ਕਰ ਭਰੇ ਗਰੂਰ, ਤੇ ਮਾਰੋ ਮਾਰ ਕਰਦੇ ਹੋਏ ਵੈਰੀ ਦਲਾਂ 'ਚ ਪੈ ਗਏ ਹਨ। ਜੋ ਸਨਮੁਖ ਹੋਏ ਤਜੈ ਤੁਫੰਗਨ, ਜਿਹੜੇ ਸਾਹਮਣੇ ਮੁਕਾਬਲਾ ਕਰਦੇ ਤੁਰਕ, ਤੋਮਰ ਤੀਰ ਤੁਰਕ ਭਟ ਭੂਰ। ਵਰਛਾ ਤਲਵਾਰ ਬੰਦੂਕ ਚਲਾਉਂਦੇ ਹਨ ਤੁਰਕ। ਸਭ ਪਰ ਪਰੀ ਮਾਰ ਇੱਕ ਸਮਸਰ, ਉਹਨਾਂ ਤੇ ਸਾਰਿਆਂ ਤੇ ਸਿੱਖਾਂ ਦੀ ਤਲਵਾਰ ਦੀ ਮਾਰ ਇੱਕੋ ਜਿਹੀ ਪਈ ਹੈ। ਜੋ ਅੜੇ ਸੋ ਝੜੇ, ਜੋ ਸ਼ਰਨ ਪਰੇ ਸੋ ਤਰੇ। ਇਹ ਮਹਾਰਾਜ ਦਾ ਨਾਰਾ ਹੈ।
ਜਿਹੜਾ ਅੜੇਗਾ ਸੋ ਝੜੇਗਾ, ਜੋ ਸ਼ਰਨ ਪਏਗਾ ਸੋ ਤਰੇਗਾ। ਸੋ ਜਿਨ੍ਹਾਂ ਨੇ ਮੁਕਾਬਲਾ ਕੀਤਾ ਸਾਰੇ ਝੜ ਗਏ ਹਨ ਸਿੱਖਾਂ ਦੀ ਤੇਗ ਥੱਲੇ। ਰੁੰਡ ਮੁੰਡ ਕਰ ਮੇਲੇ ਧੂਰ, ਕਹਿੰਦੇ ਰੁੰਡ ਮੁੰਡ ਕਰਕੇ ਮਿੱਟੀ 'ਚ ਮਿਲਾ ਦਿੱਤੇ ਹਨ, ਖਤਮ ਕਰ ਦਿੱਤੇ ਹਨ। ਕੰਠ ਕਟਿਓ ਕਿਹ ਭੁਜਾ ਦੰਡ ਕਿਹੇ, ਕਿਸੇ ਦੀ ਗਰਦਨ, ਕਿਸੇ ਦੀ ਬਾਂਹ, ਕਿਸੇ ਦੇ ਮੋਢਾ ਕੱਟਿਆ ਗਿਆ ਹੈ। ਸਿਰ ਪਰ ਬਜੀ ਕਾਹੇ ਕਰਵਾਰ, ਕਿਸੇ ਦੇ ਸਿਰ 'ਚ ਤਲਵਾਰ ਵੱਜੀ ਹੈ। ਕੁਸ਼ਕ ਅਰੇ ਪੁਨ ਭਾਜ ਭਰੇ ਤਹੈ, ਕੁਛ ਕੁ ਸਮਾਂ ਉਹਨਾਂ ਨੇ ਮੁਕਾਬਲਾ ਕੀਤਾ, ਫਿਰ ਉਹਨਾਂ ਨੂੰ ਭਾਜੜ ਪੈ ਗਈ, ਮੈਦਾਨ 'ਚੋਂ ਭੱਜਣ ਲੱਗੇ ਹਨ। ਕਿਸਨੇ ਤਿਆਗ ਦੀਨ ਹਥਿਆਰ, ਤੇ ਕਈਆਂ ਨੇ ਹਥਿਆਰ ਹੀ ਸਿੱਟ ਦਿੱਤੇ, ਸ਼ਰਨ ਪੈ ਗਏ ਨੇ ਸਿੱਖਾਂ ਦੀ। ਕੋ ਕਰ ਜੋਰਤ ਖਰੋ ਨਿਹੋਰਤ, ਕੋਈ ਹੱਥ ਜੋੜ ਕੇ ਖੜੇ ਨੇ ਵੀ ਸਾਨੂੰ ਨਾ ਮਾਰਿਆ ਜੇ। ਗੁਰੂ ਦੁਹਾਈ ਕਾਹੇ ਉਚਾਰ, ਕੋਈ ਗੁਰੂ ਦੀ ਦੁਹਾਈ ਦੇਣ ਲੱਗੇ ਵੀ ਗੁਰੂ ਦੀ ਦੁਹਾਈ ਆ, ਸਾਨੂੰ ਨਾ ਮਾਰਿਆ ਜੇ, ਗੁਰੂ ਦੇ ਵਾਸਤੇ ਸਾਨੂੰ ਨਾ ਮਾਰਿਆ ਜੇ। ਦੀਨ ਭਏ ਤਿਰਣ ਦੰਤਨ ਗਹਿ ਕਰ, ਕਈਆਂ ਨੇ ਨਿਮਾਣੇ ਹੋ ਕੇ ਘਾਹ ਦਾ ਤੀਲਾ ਮੂੰਹ 'ਚ ਦੇ ਲਿਆ, ਕਹਿੰਦੇ ਅਸੀਂ ਤੇ ਕਾਲੀ ਗਊ ਆ, ਸਾਨੂੰ ਗਊ ਸਮਝ ਕੇ ਛੱਡ ਦਿਓ। ਇਸ ਬਿਦ ਕੇਤਕ ਪ੍ਰਾਨ ਉਬਾਰ, ਇਸ ਤਰ੍ਹਾਂ ਕਈਆਂ ਦੇ ਪ੍ਰਾਣ ਬਚਾ ਲਏ, ਕਈਆਂ ਨੇ ਆਪਣੀ ਜਾਨ ਬਚਾ ਲਈ ਪੈਰੀ ਪੈ ਕੇ ਸਿੱਖਾਂ ਦੇ। ਜੰਗ ਖੇਤ ਮਹਿ ਫਤਿਹ ਭਈ ਗੁਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਜੰਗ ਵਿੱਚ ਫਤਿਹਯਾਬ ਹੋਏ ਨੇ, ਸਤਿਗੁਰੂ ਜੀ ਨੂੰ ਫਤਿਹ ਪ੍ਰਾਪਤ ਹੋਈ ਹੈ। ਜਬ ਹੈ ਦੁਹਾਈ ਤੁਰਕ ਪੁਕਾਰ, ਜਦੋਂ ਤੁਰਕਾਂ ਨੇ ਦੁਹਾਈ ਦਿੱਤੀ ਨਾ ਗੁਰੂ ਸਾਹਿਬ ਦੇ ਨਾਂ ਦੀ, ਤੇ ਸਿੱਖਾਂ ਨੇ ਮਾਰਨਾ ਛੱਡ ਦਿੱਤਾ। ਵਿਧੀ ਚੰਦ ਕੋ ਸ੍ਰੀ ਹਰਗੋਬਿੰਦ ਪਠਿਓ, ਮਹਾਰਾਜ ਛੇਵੇਂ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ ਵੀ ਹੁਣ ਤੁਰਕ ਸਾਡੇ ਨਾਂ ਦੀ ਦੁਹਾਈ ਦੇਣ ਲੱਗ ਪਏ ਨੇ, ਹੁਣ ਇਹਨਾਂ ਨੂੰ ਮਾਰਨਾ ਧਰਮ ਦੇ ਵਿਰੁੱਧ ਹੈ। ਜਿਹੜਾ ਹਥਿਆਰ ਸੁੱਟ ਦੇਵੇ, ਨਿਮਾਣਾ ਹੋ ਜਾਵੇ, ਸਿਲੰਡਰ ਕਰ ਦੇਵੇ, ਉਹਨੂੰ ਮਾਰਨਾ ਨੀਤੀ ਦੇ ਵਿਰੁੱਧ ਸਮਝਿਆ ਜਾਂਦਾ। ਇਸ ਕਰਕੇ ਹੁਣ ਇਹਨਾਂ ਨੂੰ ਮਾਰੋ ਨਾ। ਦੀਨ ਤਿੰਨ ਲਿਹੋ ਉਬਾਰ, ਜਿਨ੍ਹਾਂ ਨੇ ਆਪਣਾ ਆਪ ਸਮਰਪਣ ਕਰ ਦਿੱਤਾ ਹੈ, ਹਥਿਆਰ ਸੁੱਟ ਦਿੱਤੇ ਨੇ, ਉਹਨਾਂ ਨੂੰ ਬਚਾ ਲਓ। ਭਾਈ ਵਿਧੀ ਚੰਦ ਜੀ ਗਇਓ ਤੁਰੰਗ ਤਵਾਵਤ ਦੇਖੇ, ਭਾਈ ਵਿਧੀ ਚੰਦ ਜੀ ਘੋੜਾ ਦੜਾ ਕੇ ਗਏ ਹਨ, ਉਸੇ ਵੇਲੇ ਤੇ ਜੰਗ ਦਾ ਮੈਦਾਨ ਤੱਕਿਆ ਹੈ। ਬਰਜੇ ਭਟ ਨਹਿ ਕੀਜੈ ਹਮਾਰ, ਆਪਣੀ ਫੌਜ ਦੇ ਯੋਧਿਆਂ ਨੂੰ ਰੋਕ ਦਿੱਤਾ ਵੀ ਨਾ ਬਈ, ਹੋਰ ਨਾ ਹੁਣ ਕਿਸੇ ਨੂੰ ਮਾਰੋ। ਸਰਬ ਚਮੂ ਕੋ ਇਕਠੀ ਕਰਕੇ, ਸਾਰੀ ਫੌਜ ਇਕੱਠੀ ਕਰਕੇ ਹਟਿਓ ਬੋਲ ਸਤ ਗੁਰ ਜੈਕਾਰ। ਤੇ ਭਾਈ ਵਿਧੀ ਚੰਦ ਜੀ ਨੇ ਜਕਾਰਾ ਬੁਲਾਇਆ ਵੀ ਜੰਗ ਫਤਿਹ ਹੈ, ਹੁਣ ਲੜਾਈ ਬੰਦ ਕਰ ਦਿਓ। ਜੋ ਘਾਇਲ ਗੁਰ ਵੀਰ ਪਰਿਓ ਰਣ, ਜਿਹੜੇ ਗੁਰੂ ਦੀ ਫੌਜ ਦੇ ਸਿਪਾਹੀ ਸਿੱਖ ਜ਼ਖਮੀ ਪਏ ਸਨ, ਜਿਨ੍ਹਾਂ ਸਿੱਖਾਂ ਨੂੰ ਸੱਟਾਂ ਲੱਗੀਆਂ ਸਨ, ਗੋਲੀਆਂ, ਤੀਰ, ਬਰਛੇ, ਤਲਵਾਰਾਂ ਵੱਜੀਆਂ ਸਨ, ਤੇ ਜ਼ਖਮੀ ਹਾਲਤ ਵਿੱਚ ਮੈਦਾਨੇ ਜੰਗ 'ਚ ਪਏ ਸਨ, ਤਿਸ ਕੀ ਸੁਧ ਕਰ ਲੀਨ ਉਠਾਏ। ਉਹਨਾਂ ਦੀ ਸੰਭਾਲ ਕੀਤੀ। ਸਭ ਤੋਂ ਪਹਿਲਾਂ ਆਪਣੇ ਜ਼ਖਮੀ ਭਰਾਵਾਂ ਨੂੰ ਚੁੱਕਿਆ ਹੈ, ਉਹਨਾਂ ਨੂੰ ਤੰਬੂਆਂ ਵਿੱਚ ਆਪਣੀ ਛਾਉਣੀ 'ਚ ਲਿਆ ਕੇ, ਠੰਡ ਬੜੀ ਸੀ ਨਾ, ਇਸ ਕਰਕੇ ਉਹਨਾਂ ਦੇ ਸਰੀਰ ਦਾ ਇਲਾਜ ਉਹਨਾਂ ਨੂੰ ਪਹਿਲਾਂ ਤਾਂ ਨਿੱਘ ਦਿੱਤੀ ਹੈ, ਅੱਗ ਬਾਲ ਕੇ ਸਿਕਾਈ ਹੈ ਸਰੀਰ ਦੇ ਜ਼ਖਮ ਤਾਂ ਕਿ ਆਕੜ ਨਾ ਜਾਣ। ਠੰਡ ਵਿੱਚ ਸਰੀਰ ਦੇ ਜ਼ਖਮ ਆਕੜ ਜਾਂਦੇ, ਤਕਲੀਫ ਦੁੱਗਣੀ ਚੌਗਣੀ ਹੋ ਜਾਂਦੀ ਹੈ। ਇਸ ਕਰਕੇ ਫਟਾਫਟ ਲਿਆਂਦਾ ਹੈ ਚੁੱਕ ਕੇ ਸਿੱਖਾਂ ਨੂੰ, ਜ਼ਖਮੀ ਸਿੱਖਾਂ ਨੂੰ। ਦੁੰਦਪ ਦੀਹ ਜੀਤ ਕੇ ਬਾਜਤ, ਔਰ ਜਿੱਤ ਦੇ ਨਗਾਰੇ ਵੱਜ ਰਹੇ ਨੇ, ਥਾਂ ਥਾਂ ਤੇ ਖੁਸ਼ੀਆਂ ਦੇ ਜੈਕਾਰੇ ਸਿੱਖ ਗਜਾ ਰਹੇ ਨੇ। ਸੋ ਭਟ ਪਰਮੋਦਤ ਭੇ ਸਮੁਦਾਏ, ਔਰ ਮਹਾਰਾਜ ਦੀ ਸਾਰੀ ਫੌਜ ਹੀ ਖੁਸ਼ ਹੈ, ਸਾਰੇ ਸਿੱਖ ਬੜੇ ਪ੍ਰਸੰਨ ਹਨ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ। ਜੋਧ ਸਹਿਤ ਜਹ ਸ੍ਰੀ ਹਰਗੋਬਿੰਦ, ਜਿੱਥੇ ਭਾਈ ਜੋਧ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ, ਕਰਤ ਕਲਾਹਲ ਕੋ ਤਹ ਆਏ। ਉੱਥੇ ਸਾਰੇ ਖੁਸ਼ੀ ਮਨਾਉਂਦੇ ਹੋਏ, ਸਿੱਖ ਜਿੱਤ ਦੇ ਵਾਜੇ ਵਜਾਉਂਦੇ ਹੋਏ ਆ ਗਏ। ਚਰਨ ਨਿਹੋਰਤ ਸਭ ਕਰ ਜੋਰਤ, ਸਾਰੇ ਸਿੱਖਾਂ ਨੇ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਮੱਥਾ ਟੇਕਿਆ। ਗੁਰ ਮਹਿਮਾ ਕਹਿ ਸੀਸ ਨਿਵਾਏ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨੋ ਸੱਚੇ ਪਾਤਸ਼ਾਹ। ਤੁਸੀਂ ਕੀੜੀ ਤੋਂ ਹਾਥੀ ਮਰਵਾ ਸਕਦੇ ਹੋ, ਤੁਸੀਂ ਗਿੱਦੜੋਂ ਸ਼ੇਰ ਮਰਵਾ ਸਕਦੇ ਹੋ, ਮਹਾਰਾਜ ਚਿੜੀਆਂ ਤੋਂ ਬਾਜ ਤੁੜਾ ਸਕਦੇ ਹੋ, ਤੁਹਾਡੀ ਤਾਕਤ ਕੋਈ ਅੰਤ ਨਹੀਂ ਹੈ। ਅੱਜ ਪ੍ਰਤੱਖ ਤੁਹਾਡੀ ਕਲਾ ਵੇਖ ਲਈ ਹੈ। ਥੋੜ੍ਹੇ ਜਿਹੇ ਸਿੱਖਾਂ ਕੋਲੋਂ 35,000 ਤੁਰਕਾਂ ਦਾ ਨਾਸ ਕਰਾ ਦਿੱਤਾ। ਐਡੀ ਵੱਡੀ ਬਾਦਸ਼ਾਹ ਦੀ ਫੌਜ, ਹਿੰਦੁਸਤਾਨ ਦੇ ਬਾਦਸ਼ਾਹ ਦੀ ਫੌਜ ਗਰਦ 'ਚ ਮਿਲਾ ਦਿੱਤੀ।
ਇਹ ਮੇਰੇ ਸਤਿਗੁਰੂ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸਭ ਕੋ ਸਤਿਗੁਰ ਕਰਿਓ ਸੰਭਾਰਨ। ਮਹਾਰਾਜ ਨੇ ਸਾਰੇ ਜ਼ਖਮੀਆਂ ਦੀ ਸੰਭਾਲ ਪਹਿਲੇ ਦੇ ਆਧਾਰ ਤੇ ਕੀਤੀ ਹੈ। ਜਿਨ੍ਹਾਂ ਦੇ ਸਰੀਰ ਵਿੱਚ ਸਵਾਸ ਚੱਲ ਰਹੇ ਸਨ, ਜਿਹੜੇ ਅਜੇ ਸ਼ਹੀਦ ਨਹੀਂ ਸੀ ਹੋਏ, ਪਹਿਲਾਂ ਉਹਨਾਂ ਨੂੰ ਮਹਾਰਾਜ ਨੇ ਚੁਕਵਾਇਆ। ਉਹਨਾਂ ਦੇ ਮਲਮ ਪੱਟੀ ਜਿਹੋ ਜਿਹੀਆਂ ਉਹਨਾਂ ਨੂੰ ਸੱਟਾਂ ਲੱਗੀਆਂ ਸੀ ਉਹੋ ਜਿਹਾ ਉਹਨਾਂ ਦਾ ਇਲਾਜ ਕੀਤਾ ਹੈ। ਬੂਝਤ ਜੋਧ ਸੰਗ ਸਤ ਭਾਏ। ਤੇ ਭਾਈ ਜੋਧ ਸ਼ਾਹ ਨੂੰ ਮਹਾਰਾਜ ਪੁੱਛਦੇ ਹਨ, ਗਮਨਹੁ ਸਿਵਰ ਕਾਜ ਪਾ ਪੂਰਨ। ਮਹਾਰਾਜ ਕਹਿੰਦੇ ਜੋਧ ਸ਼ਾਹ ਤੁਸੀਂ ਵੀ ਆਪਣੇ ਡੇਰੇ ਚਲੇ ਜਾਓ, ਆਰਾਮ ਕਰੋ, ਕਿਉਂਕਿ ਜੰਗ ਹੁਣ ਫਤਿਹ ਹੋ ਗਿਆ, ਸਾਰਾ ਕਾਰਜ ਪੂਰਨ ਹੋ ਗਿਆ ਹੈ। ਇਮ ਕਹਿ ਗਮਨ ਕੀਨ ਹਰ ਖਾਏ। ਏਦਾਂ ਕਹਿ ਕੇ ਭਾਈ ਜੋਧ ਸ਼ਾਹ ਜੀ ਗਏ ਹਨ। ਨਿਜ ਡੇਰੇ ਮਹਿ ਉਤਰੇ ਆਏ ਸੋ। ਆਪੋ ਆਪਣੇ ਡੇਰਿਆਂ 'ਚ ਆ ਉਤਰੇ ਨੇ, ਆਪੋ ਆਪਣੇ ਤੰਬੂਆਂ ਵਿੱਚ ਆ ਕੇ ਕੁਝ ਘੜੀਆਂ ਆਰਾਮ ਕੀਤਾ ਹੈ। ਗਿਨਵਾਏ ਜੋ ਦਾਸ ਮਦਾਏ। ਮਹਾਰਾਜ ਨੇ ਆਖਿਆ ਆਪਣੀ ਫੌਜ ਦੀ ਗਿਣਤੀ ਵੀ ਕਰਾ ਲਓ। ਆਪਣੇ ਯੋਧਿਆਂ ਦੀ ਜਿੰਨੇ ਕੁ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੀ ਗਿਣਤੀ ਦਾ ਪਤਾ ਲੱਗ ਜਾਏਗਾ ਵੀ ਜਿਉਂਦੇ ਕਿੰਨੇ ਨੇ ਤੇ ਸ਼ਹੀਦ ਕਿੰਨੇ ਹੋਏ ਨੇ। 4000 ਫੌਜ ਸੀ, 3000 ਗੁਰੂ ਮਹਾਰਾਜ ਦੀ ਸੀ ਤੇ 1000 ਜੋਧ ਸ਼ਾਹ ਦੀ ਫੌਜ ਸੀ। 4000 ਸਿੱਖਾਂ ਵਿੱਚੋਂ ਕਿੰਨੇ ਕੁ ਸ਼ਹੀਦ ਹੋ ਗਏ ਨੇ ਤੇ ਕਿੰਨੇ ਬਚੇ ਨੇ ਪਤਾ ਲੱਗ ਜਾਵੇ। ਸੈਨਪਤੀ ਸਭ ਬੂਜਨ ਕੀਨਸ। ਜਿੰਨੇ ਗੁਰੂ ਦੀ ਫੌਜ ਦੇ ਸੈਨਾਪਤੀ ਸੀ ਉਹਨਾਂ ਨੂੰ ਮਹਾਰਾਜ ਨੇ ਬੁਲਾ ਕੇ ਕਿਹਾ, ਆਪਣੀਆਂ ਆਪਣੀਆਂ ਮਿਸਲਾਂ ਦੀ ਗਿਣਤੀ ਕਰੋ। ਤੁਹਾਡੀ ਮਿਸਲ ਦੇ ਕਿੰਨੇ ਸਿਪਾਹੀ ਜ਼ਖਮੀ ਹੋਏ ਨੇ, ਕਿੰਨੇ ਸ਼ਹੀਦ ਹੋਏ ਨੇ ਤੇ ਕਿੰਨੇ ਤੁਹਾਡੀ ਫੌਜ ਦੇ ਸਿਪਾਹੀ ਤਗੜੇ ਤਿਆਰ ਬਰ ਤਿਆਰ ਹਨ, ਸਾਰੀ ਸਾਨੂੰ ਇਹਦੀ ਰਿਪੋਰਟ ਦਿਓ। ਕੇਤਕ ਸੁਪਟ ਰਹੇ ਰਣ ਥਾਏ। ਕਿੰਨੇ ਕਸੂਰਮੇ ਜੰਗ ਦੇ ਮੈਦਾਨ ਵਿੱਚ ਕੰਮ ਆਏ ਨੇ, ਸ਼ਹੀਦੀਆਂ ਕਿੰਨਿਆਂ ਨੂੰ ਪ੍ਰਾਪਤ ਹੋਈਆਂ ਨੇ, ਉਹਦਾ ਵੀ ਸਾਨੂੰ ਪੱਕਾ ਵੇਰਵਾ ਦੱਸੋ। ਗਿਨ ਕੈ ਸਬਨ ਆਨ ਸੁਧ ਦੀਨਸ। ਜਰਨੈਲਾਂ ਨੇ ਆਪਣੀਆਂ ਆਪਣੀ ਫੌਜ ਦੇ ਸਿਪਾਹੀਆਂ ਦੀ ਗਿਣਤੀ ਕੀਤੀ। ਉਹਨਾਂ ਦੀ ਗਿਣਤੀ ਕਰਕੇ ਪਤਾ ਲਾਇਆ ਵੀ ਇੰਨੇ ਬੰਦੇ ਮਾਰੇ ਗਏ, ਇੰਨੇ ਜ਼ਖਮੀ ਹੋਏ। ਆਪਣੀਆਂ ਆਪਣੀਆਂ ਮਿਸਲਾਂ ਦਾ ਵੇਰਵਾ ਲਿਖ ਕੇ ਲਿਆਏ ਹਨ। ਮਹਾਰਾਜ ਰਾਵਰ ਕੇ ਵੀਰ। ਤੇ ਕੁੱਲ ਮਿਲਾ ਕੇ ਜਿੰਨੇ ਸਿੱਖ ਸ਼ਹੀਦ ਹੋਏ ਸੀ ਉਹਨਾਂ ਬਾਰੇ ਪਹਿਲਾਂ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਜੀ ਆਪ ਜੀ ਦੀ ਫੌਜ ਦੇ ਜਿਹੜੇ ਸੂਰਬੀਰ ਯੋਧੇ ਸਨ, ਜੋਧ ਰਾਏ ਕੀ ਚਮੂ ਸਹਿਤ ਸਭ। ਜੋਧ ਰਾਏ ਦੀ ਫੌਜ ਵੀ ਤੇ ਤੁਹਾਡੀ ਸਤਿਗੁਰੂ ਜੀ ਸਿੱਖ ਫੌਜ ਵੀ ਪਾ ਕੇ 4000 ਬੰਦੇ ਸਨ। ਪਹੁੰਚੇ ਸੁਰਗ ਜੋ ਤਿਆਗ ਸਰੀਰ। 4000 ਸਿੱਖਾਂ ਵਿੱਚੋਂ ਜਿਹੜੇ ਸਰੀਰ ਤਿਆਗ ਕੇ ਸੁਰਗਾਂ ਨੂੰ ਗਏ ਨੇ, ਸੱਚਖੰਡ ਨੂੰ ਗਏ ਨੇ, ਸਭ ਗਿਨ ਲੀਨ ਭਲੇ ਕਰ ਨਿਰਣੈ। ਉਹਨਾਂ ਦੀ ਅਸੀਂ ਪੂਰੀ ਗਿਣਤੀ ਕੀਤੀ ਹੈ, ਨਿਰਣਾ ਕਰਕੇ ਸਹੀ ਸਹੀ ਗਿਣਤੀ ਦੱਸਦੇ ਹਾਂ। 201 ਸਹਸਰ ਰਣ ਧੀਰ। 1200 ਬੰਦੇ ਸ਼ਹੀਦ ਹੋਏ ਹਨ, ਯਾਨੀ 1200 ਬੰਦਾ ਆਪਣਾ ਗੁਰੂ ਕਾ ਸਿੱਖ 1200 ਸ਼ਹੀਦ ਹੋਇਆ ਹੈ। ਉਧਰੋਂ ਵੈਰੀ ਦਾ 35000 ਸਿਪਾਹੀ ਮਾਰਿਆ ਗਿਆ ਹੈ। ਤੁਰਕਨ ਸੋਲਰ ਹੇਤ ਆਪ ਕੇ। ਹੇ ਮਹਾਰਾਜ 1200 ਸਿੱਖ ਮੈਦਾਨੇ ਜੰਗ ਵਿੱਚ ਤੁਹਾਡੀ ਸੇਵਾ ਕਰਦਿਆਂ ਹੋਇਆਂ, ਤੁਹਾਡੇ ਵਾਸਤੇ ਲੜਦਿਆਂ ਹੋਇਆਂ ਜੰਗ ਦੇ ਕੰਮ ਆ ਗਿਆ ਹੈ। ਰਹੇ ਖੇਤ ਰਣ ਬਿਖੈ ਗਹੀਰ। ਮਹਾਰਾਜ 1200 ਸਿੱਖ ਮੈਦਾਨੇ ਜੰਗ 'ਚ ਰਹੇ ਹਨ, ਸ਼ਹੀਦ ਹੋਏ ਹਨ। ਨਿਜ ਨਿਜ ਡੇਰੇ ਮਹਿ ਬਿਸਰਾਮੇ। ਹੁਣ ਬਾਕੀ ਫੌਜਾਂ ਆਪਣੇ ਤੰਬੂਆਂ ਵਿੱਚ ਵਿਸਰਾਮ ਕਰਨ ਲੱਗੀਆਂ ਨੇ। ਠੰਡ ਦਾ ਮੌਸਮ ਹੈ, ਇਸ ਕਰਕੇ ਤੰਬੂਆਂ 'ਚ ਗੁਰੂ ਸਾਹਿਬ ਨੇ ਅੰਗੀਠੇ ਬਲਵਾ ਦਿੱਤੇ ਹਨ ਤੇ ਤਾਂ ਕਿ ਸਿੱਖ ਸੇਕ ਕੇ ਆਪਣੇ ਜ਼ਖਮਾਂ ਦੀ ਪੀੜ ਤੋਂ ਬਚੇ ਰਹਿਣ। ਕਾਇਲ ਸੁਪਟ ਕਿਤ ਕਿਲੇ ਸਾਰ। ਜਿਹੜੇ ਜ਼ਖਮੀ ਸਨ ਉਹਨਾਂ ਦੀ ਦਵਾਈ ਬੂਟੀ ਕੀਤੀ ਹੈ, ਖਬਰਸਾਰ ਲਈ ਹੈ। ਜਿੰਨੇ ਵੀ ਜ਼ਖਮੀ ਸਿੱਖ ਸਨ ਸਭ ਪਰ ਸੇਵਕ ਸੇਵਾ ਕੇ ਹਿਤ। ਉਹਨਾਂ ਸਾਰੇ ਜ਼ਖਮੀਆਂ ਦੇ ਉੱਤੇ ਮਹਾਰਾਜ ਨੇ ਸੇਵਾਦਾਰ ਲਾਤੇ ਸੇਵਾ ਲਈ। ਇੱਕ ਇੱਕ ਸਿੱਖ ਦੇ ਉੱਤੇ 2-2 ਬੰਦੇ ਘੱਟੋ ਘੱਟ ਲਾਤੇ ਬਈ ਉਹਨਾਂ ਨੇ ਹੁਣ ਉੱਠਣਾ ਬਹਿਣਾ ਬਹੁਤ ਔਖਾ। ਕਿਸੇ ਦੀ ਲੱਤ ਟੁੱਟੀ ਹੈ, ਕਿਸੇ ਦੀ ਬਾਂਹ ਟੁੱਟੀ ਹੈ, ਕਿਸੇ ਦੇ ਗੋਲੀ ਲੱਗੀ ਹੈ, ਕਿਸੇ ਨੂੰ ਤੀਰ ਵੱਜਾ ਹੈ, ਕਿਸੇ ਦੀ ਲੱਤ ਬਾਂਹ ਵੱਢੀ ਗਈ ਹੈ। ਉਹਨਾਂ ਦਾ ਇਲਾਜ ਹੁਣ ਜੰਗ ਦੇ ਮੈਦਾਨ ਤੋਂ ਬਾਅਦ ਗੁਰੂ ਜੀ ਕਰਵਾ ਰਹੇ ਨੇ।
ਕਰੇ ਸੁਪਰਦ ਭਲੇ ਪ੍ਰਤਪਾਰ। ਚੰਗੇ ਸਿਆਣੇ ਵੈਦਾਂ ਹਕੀਮਾਂ ਨੂੰ ਬੁਲਾਇਆ ਵੀ ਇਹਨਾਂ ਦਾ ਮਲਮ ਪੱਟੀ ਕਰੋ, ਸਾਰਿਆਂ ਦੀ ਸੇਵਾ ਸੰਭਾਲ ਕਰੋ। ਸਿੱਖ ਬੜੇ ਪ੍ਰੇਮ ਨਾਲ ਆਪਣੇ ਭਾਈਆਂ ਦੀ ਸੇਵਾ ਕਰਦੇ ਹਨ। ਜੋਧ ਰਾਏ ਕੋ ਨਿਕਟ ਹਕਾਰਿਓ। ਫਿਰ ਭਾਈ ਜੋਧ ਰਾਏ ਨੂੰ ਮਹਾਰਾਜ ਨੇ ਆਪਣੇ ਕੋਲ ਸੱਦਿਆ। ਤਨ ਮਹਿ ਸ਼ਦ ਤੇ ਭਇਓ ਸੁਮਾਰ। ਭਾਈ ਜੋਧ ਰਾਏ ਦੇ ਵੀ ਸਰੀਰ ਤੇ ਬੜੀਆਂ ਸੱਟਾਂ ਲੱਗੀਆਂ ਹੋਈਆਂ, ਬਹੁਤ ਤਲਵਾਰਾਂ ਦੇ, ਬਰਛਿਆਂ ਦੇ, ਤੀਰਾਂ ਦੇ ਵਾਰ ਲੱਗੇ ਹਨ। ਠੰਡ ਕਰਕੇ ਉਹ ਜ਼ਖਮ ਆਕੜਦੇ ਜਾ ਰਹੇ ਹਨ। ਕਿਰਪਾ ਨਿਧਾਨ ਕਿਰਪਾ ਕਰ ਦੇਖਿਓ। ਤੇ ਮਹਾਰਾਜ ਨੇ ਮਿਹਰ ਦ੍ਰਿਸ਼ਟੀ ਕੀਤੀ, ਕਿਰਪਾ ਨਿਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੋਧ ਸ਼ਾਹ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ। ਹਾਥ ਸਪਰਸ਼ਨ ਕਰਿਓ ਉਦਾਰ। ਔਰ ਆਪਣਾ ਮਿਹਰਾਂ ਵਾਲਾ ਹੱਥ ਭਾਈ ਜੋਧ ਸ਼ਾਹ ਦੇ ਜ਼ਖਮਾਂ ਤੇ ਪੋਲੇ ਪੋਲੇ ਫੇਰ ਦਿੱਤਾ ਹੈ। ਜਿਉਂ ਹੀ ਮਹਾਰਾਜ ਨੇ ਪਿਆਰ ਦੇ ਨਾਲ ਹੱਥ ਫੇਰਿਆ ਹੈ ਭਾਈ ਜੋਧ ਸ਼ਾਹ ਦੇ ਸਰੀਰ ਉੱਤੇ, ਜਹ ਜਹ ਘਾਵ ਅਲਪ ਕੈ ਦੀਰਗ। ਜਿੱਥੇ ਜਿੱਥੇ ਸੱਟਾਂ ਲੱਗੀਆਂ ਸੀ ਵੱਡੀਆਂ ਤੇ ਛੋਟੀਆਂ, ਸਭ ਕੀ ਪੀਰ ਹਰੀ ਗੁਰ ਪੀਰ। ਮਹਾਰਾਜ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀ ਪੀੜਾ ਹਰ ਲਈ। ਸਭ ਕੀ ਪੀਰ ਹਰੀ ਗੁਰ ਪੀਰ। ਇਹਦੇ ਪੀਰ ਪਦ ਦੋ ਵਾਰੀ ਆਇਆ, ਯਮਕ ਅਲੰਕਾਰ ਹੈ, ਅਰਥ ਵੱਖਰਾ ਵੱਖਰਾ ਹੈ। ਪੀਰ ਹਰੀ ਦਾ ਮਤਲਬ ਪੀੜਾ ਹਰ ਲਈ। ਪੀਰਾਂ ਦੇ ਪੀਰ ਗੁਰੂ ਛੇਵੇਂ ਪਾਤਸ਼ਾਹ ਨੇ। ਬਿਧੀ ਚੰਦ ਅਰ ਜਾਤੀ ਮਲਕ ਜੋ। ਭਾਈ ਬਿਧੀ ਚੰਦ ਜੀ ਔਰ ਭਾਈ ਜਾਤੀ ਮਲਕ ਜੋ ਗੁਰੂ ਕੀ ਫੌਜ ਦੇ ਯੋਧੇ, ਸਿਪਾਹ ਸਲਾਰ, ਮਹਾਰਾਜ ਦੀ ਫੌਜ ਦੇ ਜਰਨੈਲ ਹਨ। ਸਭ ਤਰ ਦ੍ਰਿਸ਼ਟ ਡਾਰ ਸੁਖ ਧੀਰ। ਉਹਨਾਂ ਸਾਰਿਆਂ ਤੇ ਮਿਹਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਦੇ ਸਾਰਿਆਂ ਦੇ ਦੁੱਖ ਦੂਰ ਕਰ ਦਿੱਤੇ। ਕਿਉਂਕਿ ਲੜਾਈ ਬੜੀ ਵੱਡੀ ਹੋਈ ਸੀ, ਹਰ ਇੱਕ ਸਿੱਖ ਨੂੰ ਕੋਈ ਨਾ ਕੋਈ ਜ਼ਖਮ ਲੱਗਾ ਹੀ ਸੀ। ਕਿਸੇ ਨੂੰ ਵੱਡਾ ਲੱਗਾ, ਕਿਸੇ ਨੂੰ ਛੋਟਾ, ਜ਼ਖਮੀ ਸਨ ਸਾਰੇ। ਔਰ ਜ਼ਖਮ ਸਿਆਲ ਦੇ ਦਿਨਾਂ ਵਿੱਚ, ਠੰਡ ਦੇ ਦਿਨਾਂ 'ਚ ਦੁੱਖ ਵੀ ਬਹੁਤ ਦਿੰਦੇ ਹਨ। ਮਾਮੂਲੀ ਝਰੀਟ ਲੱਗੀ ਹੋਵੇ ਉਹ ਵੀ ਠੰਡ 'ਚ ਆਕੜ ਜਾਂਦੀ ਹੈ, ਤਕਲੀਫ ਬਹੁਤ ਹੁੰਦੀ ਹੈ। ਪਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ, ਸਾਰਿਆਂ ਦੇ ਦੁੱਖ ਕੱਟ ਦਿੱਤੇ। ਕਿਸੇ ਨੂੰ ਮੁੜ ਕੇ ਤਕਲੀਫ ਨਹੀਂ ਹੋਈ, ਪੀੜ ਨਹੀਂ ਹੋਈ ਜ਼ਖਮਾਂ ਦੀ। ਨਹੀਂ ਸ਼ਦਨ ਕੋ ਕਸ਼ਟ ਰਹਿਓ ਕਿਸ। ਕਿਸੇ ਵੀ ਸਿੱਖ ਨੂੰ ਜ਼ਖਮਾਂ ਦਾ ਕਸ਼ਟ ਨਹੀਂ ਰਿਹਾ, ਪੀੜ ਨਹੀਂ ਰਹੀ। ਖੁਦ ਆਪਣਾ ਹੱਥ ਮਹਾਰਾਜ ਉੱਤੋਂ ਦੀ ਫੇਰ ਦਿੰਦੇ ਨੇ ਤੇ ਪੀੜਾ ਮਿਟਾ ਦਿੰਦੇ ਨੇ। ਕਿਤਕ ਦਿਨ ਮਹਿ ਸ਼ੁੱਧ ਸਰੀਰ। ਕੁਝ ਦਿਨਾਂ ਵਿੱਚ ਸਿੱਖਾਂ ਦੇ ਸਰੀਰ ਰਾਜੀ ਬਾਜੀ ਹੋ ਗਏ। ਜਿਨ੍ਹਾਂ ਨੂੰ ਤੀਰ ਵੱਜੇ ਸੀ, ਗੋਲੀਆਂ ਵੱਜੀਆਂ ਸਨ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਤੇ ਢਾਲਾਂ ਤਲਵਾਰਾਂ ਦੇ, ਬਰਛਿਆਂ ਦੇ ਵਾਰ ਲੱਗੇ ਸਨ, ਸਾਰੇ ਸਿੱਖਾਂ ਦਾ ਸਰੀਰ ਰਾਜੀ ਹੋ ਗਿਆ। ਗੁਰੂ ਜੀ ਦੀ ਕਿਰਪਾ ਨਾਲ ਹਫ਼ਤੇ ਵਿੱਚ ਹੀ ਰਾਜੀ ਬਾਜੀ ਹੋ ਗਏ। ਖਾਨ ਪਾਨ ਕਰ ਸਭ ਬਿਸਰਾਮੇ। ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਸਾਰੇ ਆਪਣੇ ਆਪਣੇ ਤੰਬੂਆਂ 'ਚ ਆਰਾਮ ਕਰਨ ਲੱਗੇ ਹਨ। ਘੋਰਨ ਕੋ ਦੇ ਕਰ ਤ੍ਰਿਣ ਨੀਰ। ਆਪਣੇ ਆਪਣੇ ਘੋੜਿਆਂ ਨੂੰ ਘਾਹ ਪੱਠਾ ਵੀ ਪਾਇਆ। ਜੰਗ ਤੋਂ ਘੋੜੇ ਵੀ ਥੱਕੇ ਸਨ, ਕਈ ਘੋੜਿਆਂ ਨੂੰ ਵੀ ਜ਼ਖਮ ਲੱਗੇ ਸਨ, ਉਹਨਾਂ ਦਾ ਵੀ ਮਲਮ ਪੱਟੀ ਕੀਤਾ। ਜਿਹੜੇ ਘੋੜੇ ਸ਼ਹੀਦ ਹੋ ਗਏ ਉਹਨਾਂ ਦਾ ਵੱਖਰਾ ਸੰਸਕਾਰ ਕੀਤਾ ਭਾਵ ਮਰਜ਼ਾਦਾ ਦੇ ਨਾਲ। ਸ਼ਾਸਤਰ ਡਾਰ ਕਰ ਕਾਇਰ ਆਏ। ਜਿਹੜੇ ਤੁਰਕ ਹਥਿਆਰ ਸੁੱਟ ਕੇ ਕਾਇਰ ਬਣ ਕੇ ਸਿੱਖਾਂ ਦੇ ਅੱਗੇ ਸਿਲੰਡਰ ਕਰਕੇ ਆਏ ਸਨ। ਜਲ ਤਲਾਉ ਤੇ ਪਾਨ ਕਰੰਤ। ਉਹ ਵੀ ਇਸੇ ਸਰੋਵਰ 'ਚ ਜਿਹੜਾ ਮਹਾਰਾਜ ਦਾ ਤਲਾਬ ਹੈ ਇੱਥੇ ਪਾਣੀ ਪੀਂਦੇ, ਕਿਉਂਕਿ ਉਹ ਵੀ ਪਿਆਸੇ ਸਨ। ਤੁਰਕ ਵੀ, ਘੋੜੇ ਵੀ ਉਹਨਾਂ ਦੇ ਪਿਆਸੇ ਸਨ। ਉਹਨਾਂ ਨੇ ਹਥਿਆਰ ਸੁੱਟ ਦਿੱਤੇ ਸਨ। ਸਿੱਖਾਂ ਨੇ ਫੜ ਕੇ ਲਿਆਂਦਾ ਤੇ ਉਹਨਾਂ ਨੇ ਆਖਿਆ ਸਾਨੂੰ ਪਾਣੀ ਪਿਆਓ, ਅਸੀਂ ਪਿਆਸੇ ਹਾਂ। ਸਿੱਖਾਂ ਨੇ ਆਖਿਆ ਅਸੀਂ ਵੀ ਇਸ ਸਰੋਵਰ 'ਚ ਪਾਣੀ ਪੀਂਦੇ ਹਾਂ, ਤੁਸੀਂ ਵੀ ਇੱਥੋਂ ਭਰ ਕੇ ਪੀ ਲਓ। ਉਸ ਤਲਾਬ ਤੋਂ ਸਾਰਿਆਂ ਨੇ, ਤੁਰਕਾਂ ਨੇ ਵੀ ਤੇ ਸਿੱਖਾਂ ਨੇ ਪਾਣੀ ਪੀਤਾ, ਆਪਣੀ ਆਪਣੀ ਫੌਜ ਨੂੰ ਰਾਜੀ ਕੀਤਾ ਹੈ। ਹਸਨੇ ਖਾਨ ਦੂਤ ਸੋ ਮਿਲ ਕਰ। ਹਸਨ ਖਾਂ ਦੂਤ ਲਲਾ ਬੇਗ ਦੇ ਨਾਲ ਲਾਹੌਰੋਂ ਆਇਆ ਸੀ, ਪਰ ਗੁਰੂ ਕੀ ਤਾਰੀਫ ਕਰਨ ਕਰਕੇ ਲਲਾ ਬੇਗ ਨੇ ਉਹਨੂੰ ਆਪਣੇ ਕੋਲ ਵੜਨ ਨਹੀਂ ਸੀ ਦਿੱਤਾ, ਕੱਢ ਦਿੱਤਾ ਸੀ। ਤੇ ਜਦੋਂ ਵਾਪਸ ਗੁਰੂ ਛੇਵੇਂ ਪਾਤਸ਼ਾਹ ਕੋ ਆਇਆ ਤੇ ਮਹਾਰਾਜ ਨੇ ਉਹਨੂੰ ਕਾਬਲ ਦਾ ਸੂਬੇਦਾਰ ਹੋਣ ਦਾ ਵਰ ਦੇ ਦਿੱਤਾ। ਉਹ ਗੁਰੂ ਸਾਹਿਬ ਦੇ ਨਾਲ ਰਲ ਕੇ ਜੰਗ ਲੜਦਾ ਰਿਹਾ। ਹੁਣ ਉਹਨੇ ਵੇਖਿਆ ਵੀ ਮੇਰੇ ਭਾਈ ਸਾਰੇ ਮਾਰੇ ਗਏ, ਤੁਰਕ ਮਾਰੇ ਗਏ ਸਾਰੇ,
ਤੇ ਹੁਣ ਗੁਰੂ ਸਾਹਿਬ ਜੀ ਨੇ ਉਹਨੂੰ ਤੁਰਕਾਂ ਦਾ ਸਰਦਾਰ ਬਣਾ ਕੇ ਤੋਰਨਾ ਹੈ। ਗੁਰ ਤਲ ਬਿਖੇ ਰਹੇ ਅਚਵੰਤ। ਗੁਰੂ ਦੀ ਫੌਜ ਵਿੱਚ ਹੀ ਹਸਨ ਖਾਂ ਦੂਤ ਜਲ ਪਾਣੀ ਛਕਦਾ ਰਿਹਾ। ਪ੍ਰਸ਼ਾਦਾ ਵੀ ਗੁਰੂ ਦੇ ਲੰਗਰ 'ਚੋਂ ਲੈ ਕੇ ਛਕਿਆ ਹਸਨ ਖਾਂ ਨੇ। ਸ੍ਰੀ ਹਰਗੋਬਿੰਦ ਨਰਗਨ ਭੇਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਬਹੁਤ ਸਾਰੇ ਸਿੱਖ ਭੇਜੇ ਹਨ। ਜਹ ਜੇਠੇ ਕੀ ਲੋਥਕ ਦਿਖੰਤ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਜੀ ਜਾਓ, ਸਾਡੇ ਮਹਾਨ ਬ੍ਰਹਮ ਗਿਆਨੀ ਗੁਰਸਿੱਖ ਭਾਈ ਸਾਹਿਬ ਭਾਈ ਜੇਠਾ ਜੀ ਸ਼ਹੀਦ ਹੋ ਗਏ ਨੇ। ਉਹਨਾਂ ਦਾ ਸ਼ਹੀਦੀ ਸਰੀਰ ਜਿੱਥੇ ਪਿਆ ਹੈ ਮੈਦਾਨੇ ਜੰਗ ਵਿੱਚ, ਉਹ ਜਾ ਕੇ ਲਿਆਓ। ਤਿਸ ਤੇ ਆਦ ਅਪਰ ਸਿੱਖ ਜੋਦਾ। ਭਾਈ ਜੇਠੇ ਤੋਂ ਇਲਾਵਾ ਹੋਰ ਜਿਹੜੇ 1200 ਸਿੱਖ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਸਿੱਖਾਂ ਦੇ ਸਰੀਰਾਂ ਦਾ ਸੰਸਕਾਰ ਇੱਕ ਥਾਂ ਤੇ ਕੀਤਾ ਜਾਵੇ। ਮਰੇ ਭਰੇ ਲਰ ਕੈ ਬਲਵੰਤ। ਗੁਰੂ ਕੇ ਯੋਧੇ, ਗੁਰੂ ਕੇ ਪਿਆਰ ਵਾਲੇ ਸਿੱਖ 35,000 ਤੁਰਕਾਂ ਨੂੰ ਮਾਰ ਕੇ ਸ਼ਹੀਦ ਹੋਏ ਨੇ। ਉਹਨਾਂ ਬੱਬਰ ਸ਼ੇਰਾਂ ਦਾ, ਗੁਰੂ ਕੇ ਲਾਲਾਂ ਦਾ ਮਰਿਆਦਾ ਮੁਤਾਬਕ ਸੰਸਕਾਰ ਹੋਣਾ ਚਾਹੀਦਾ, ਸਤਿਕਾਰ ਦੇ ਨਾਲ। ਸਭ ਇਕੱਠੇ ਕਰ ਦਾਹੋ ਦੇਹੋ ਤਿੰਨ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਜੀ ਸਾਰੇ ਸੂਰਬੀਰਾਂ ਦਾ ਭਾਈ ਜੇਠਾ ਜੀ ਦਾ ਸਰੀਰ ਵਿੱਚ ਰੱਖ ਕੇ ਮਰਿਆਦਾ ਦੇ ਅਨੁਸਾਰ ਬਾਣੀ ਪੜ੍ਹਦਿਆਂ ਹੋਇਆਂ ਸੰਸਕਾਰ ਕਰੀਏ। ਕਰੋ ਭਸਮ ਗਨ ਕਾਸ਼ਟ ਪਾਏ। ਔਰ ਜੰਗਲ ਚੋਂ ਲੱਕੜਾਂ ਲੈ ਕੇ ਆਓ। ਪਿੰਡਾਂ ਦੇ ਸੰਗਤਾਂ ਨੂੰ ਕਹੋ ਵੀ ਬਾਲਣ ਦਾ ਬੰਦੋਬਸਤ ਕਰਨ, ਵੱਧ ਤੋਂ ਵੱਧ ਵੱਡਾ ਅੰਗੀਠਾ ਤਿਆਰ ਕਰਕੇ ਇਕੱਠਾ ਹੀ ਸੰਸਕਾਰ ਕੀਤਾ ਜਾਵੇ। ਗਰਤ ਖਨਹੁ ਇੱਕ ਦੀਰਘ ਨੀਕੋ। ਔਰ ਜੋ 35,000 ਤੁਰਕ ਮਾਰੇ ਗਏ ਨੇ, ਉਹਨਾਂ ਦੀਆਂ ਲਾਸ਼ਾਂ ਦਫਨ ਕਰਨ ਲਈ ਬਹੁਤ ਵੱਡਾ ਟੋਆ ਪੁੱਟਿਆ ਜਾਵੇ, ਕਿਉਂਕਿ 35,000 34,000 ਲਾਸ਼ਾਂ ਛੋਟੀ ਮੋਟੀ ਕਬਰ 'ਚ ਨਹੀਂ ਦਫਨ ਹੋਣੀਆਂ। ਕਿੱਲਿਆਂ ਬੱਧੀ ਪੱਟਣਾ ਪੈਣਾ। ਵੱਡਾ ਟੋਆ ਪਟੋ ਤੇ ਇਹਨਾਂ ਨੂੰ ਦਫਨ ਕਰੀਏ। ਜਿਸ ਮਹਿ ਤੁਰਕ ਭਰੈ ਸਮੁਦਾਏ। ਤੁਰਕਾਂ ਨੂੰ ਕਬਰ ਵਿੱਚ ਪਾਣਾ ਹੈ, ਉਹਨਾਂ ਦੇ ਧਰਮ ਦੇ ਮੁਤਾਬਕ ਹੀ ਉਹਨਾਂ ਦਾ ਸੰਸਕਾਰ ਕਰਨਾ। ਮਰਜ਼ਾਦਾ ਜੋ ਉਹਨਾਂ ਦੀ ਹੈ, ਜਿਹੜੀ ਗੁਰੂ ਕੇ ਸਿੱਖਾਂ ਦੀ, ਉਹ ਅਗਨੀ ਭੇਟ ਕਰਨਾ ਹੈ। ਸਭਨ ਉਠਾਏ ਸੰਪੂਰਨ ਕਰੀਐ ਹੈ। ਹਾਂ, ਸਾਰੇ ਤੁਰਕਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਮਰਜ਼ਾਦਾ ਦੇ ਮੁਤਾਬਕ, ਸ਼ਰ੍ਹਾ ਦੇ ਮੁਤਾਬਕ ਉਹਨਾਂ ਨੂੰ ਟੋਏ 'ਚ ਦੱਬ ਦਿਓ ਕਬਰ ਦੇ ਵਿੱਚ। ਸ਼ਾਸਤਰ ਬਸਤਰ ਕੇ ਸਹਿਤ ਸੁਲਿਆਏ। ਮਹਾਰਾਜ ਕਹਿੰਦੇ ਉਹਨਾਂ ਦੇ ਸ਼ਾਸਤਰ ਵੀ ਨਹੀਂ ਲਾਣੇ, ਉਹਨਾਂ ਦੇ ਸ਼ਾਸਤਰਾਂ ਸਮੇਤ ਹੀ ਉਹਨਾਂ ਨੂੰ ਟੋਏ 'ਚ ਦੱਬਣਾ ਹੈ। ਕੋਈ ਚੀਜ਼ ਉਹਨਾਂ ਦੀ ਲਾਲਚ ਕਰਕੇ ਆਪਾਂ ਰੱਖਣੀ ਨਹੀਂ। ਬਸਤਰ ਵੀ ਉਹਨਾਂ ਦੇ ਪਏ ਨੇ ਜਿਹੜੇ ਵਰਦੀਆਂ, ਉਹ ਵੀ ਨਹੀਂ ਲਾਹਣੀਆਂ। ਜਿਹੜੇ ਉਹਨਾਂ ਦੇ ਗਾਤਰੇ ਸ਼ਸਤਰ ਨੇ, ਉਹਨਾਂ ਦਾ ਵੀ ਆਪਾਂ ਲਾਲਚ ਨਹੀਂ ਕਰਨਾ। ਵੀਰ ਪੰਚ ਉਮਰਾਵ ਸੰਘਾਰੇ। ਮਹਾਰਾਜ ਕਹਿੰਦੇ ਜਿਹੜੇ ਲਲਾ ਬੇਗ, ਕਾਬਲ ਬੇਗ, ਕੰਬਰ ਬੇਗ, ਕਾਸ਼ਮ ਬੇਗ ਵਗੈਰਾ 5 ਵੱਡੇ ਯੋਧੇ ਮਾਰੇ ਗਏ ਨੇ, ਤੇ ਹੋਰ ਅਫਸਰ ਮਰੇ ਹਨ ਤੁਰਕਾਂ ਦੇ। ਤਿਨ ਕੋ ਉਪਰ ਧਰੋ ਬਨਾਏ। ਉਹਨਾਂ ਨੂੰ ਉੱਪਰ ਰੱਖਣਾ ਹੈ ਲਾਸ਼ਾਂ ਦੇ, ਕਿਉਂਕਿ ਉਹ ਫੌਜ ਦੇ ਜਰਨੈਲ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਰਜ਼ਾਦਾ ਪੁਰਸ਼ੋਤਮ ਸਤਿਗੁਰੂ ਜੀ ਦੁਸ਼ਮਣ ਦਾ ਵੀ ਸਤਿਕਾਰ ਕਰਦੇ ਹੈ। ਸਾਧ ਸੰਗਤ ਜੀ, ਸਤਿਕਾਰ ਦੇਣ ਦੀ ਚੀਜ਼ ਹੁੰਦੀ ਹੈ, ਸਤਿਕਾਰ ਲੈਣ ਦੀ ਚੀਜ਼ ਨਹੀਂ ਹੁੰਦੀ। ਅਸੀਂ ਲੋਕ ਆਪ ਸਤਿਕਾਰ ਲੈਣਾ ਚਾਹੁੰਦੇ ਹਾਂ, ਦੂਜੇ ਨੂੰ ਅਸੀਂ ਦੇਣਾ ਨਹੀਂ ਜਾਣਦੇ। ਜਿਹੜਾ ਕਿਸੇ ਨੂੰ ਜੀ ਨਹੀਂ ਕਹਿਣਾ ਜਾਣਦਾ, ਉਹਨੂੰ ਆਪ ਕੌਣ ਜੀ ਕਹੇਗਾ। ਮਹਾਰਾਜ ਨੇ ਮਰਿਆਦਾ ਸਿਖਾਈ, ਦੁਸ਼ਮਣ ਦਾ ਵੀ ਸਤਿਕਾਰ ਕਰੋ। ਮਹਾਰਾਜ ਕਹਿੰਦੇ 5 ਜਿਹੜੇ ਉਹਨਾਂ ਦੇ ਜਰਨੈਲ ਲਲਾ ਬੇਗ, ਕਾਬਲ ਬੇਗ, ਕੰਬਰ ਬੇਗ ਵਗੈਰਾ ਹਨ, ਉਹਨਾਂ ਦੀਆਂ ਲਾਸ਼ਾਂ ਉੱਤੇ ਰੱਖ ਕੇ ਤੇ ਫਿਰ ਮਿੱਟੀ ਪਾਣੀ ਹੈ। ਤਿਸ ਪਰ ਅਦਕ ਮਿਰਤਕਾ ਡਾਰੋ। ਉੱਤੇ ਮਿੱਟੀ ਪਾਓ ਬਹੁਤ ਜ਼ਿਆਦਾ। ਕਰੋ ਸਥੰਡਲ ਕਿਤਕ ਉਤੰਗ। ਤੇ ਉੱਚੇ ਇੱਕ ਕਬਰ ਬਣਾ ਦਿਓ, ਥੜਾ ਬਣਾ ਦਿਓ ਤੁਰਕਾਂ ਦਾ। ਅੱਜ ਵੀ ਉਹ ਬਣਿਆ ਹੋਇਆ। ਦਾਸ ਨੇ 5-6 ਸਾਲ ਪਹਿਲਾਂ ਜਾ ਕੇ ਦਰਸ਼ਨ ਕੀਤੇ ਗੁਰੂਸਰ ਮਹਾਰਾਜ ਦੇ ਵਿੱਚ, ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਦਾ ਸਥਾਨ ਹੈ, ਜੰਗ ਹੋਇਆ। ਉਹ ਥੜਾ ਵੀ ਉੱਦਾਂ ਹੀ ਬਣਿਆ ਹੋਇਆ। ਉਹ ਥੜੇ ਦੇ ਉੱਤੇ ਮਹਾਰਾਜ 6ਵੇਂ ਪਾਤਸ਼ਾਹ ਬੈਠੇ ਸਨ। ਹਾਂਜੀ, ਇੱਕ ਸਮ ਬੈਠਨ ਹੇਤ ਬਣਾਵੋ। ਮਹਾਰਾਜ ਕਹਿੰਦੇ ਇੱਕੋ ਜਿਹਾ ਵਧੀਆ ਬਹਿਣ ਵਾਸਤੇ ਥੜਾ ਬਣਾਓ ਕਬਰ ਦੇ ਉੱਤੇ।
ਬਿਲਮ ਨ ਕਰਹੁ ਸ਼ੀਗਰਤਾ ਸੰਗ। ਦੇਰੀ ਨਹੀਂ ਕਰਨੀ, ਕੰਮ ਬਹੁਤ ਛੇਤੀ ਕਰਨ ਵਾਲਾ। ਇੰਨੀਆਂ ਲਾਸ਼ਾਂ ਜੇ ਬਾਹਰ ਰਹਿ ਗਈਆਂ, ਖਰਾਬ ਹੋ ਗਈਆਂ, ਬਿਮਾਰੀ ਫੈਲ ਜਾਏਗੀ ਮਾਲਵੇ ਦੇਸ਼ ਵਿੱਚ। 35-34 ਹਜ਼ਾਰ ਲਾਸ਼ ਦੱਬਣੀ ਹੈ। ਪਿੰਡਾਂ ਦੇ ਲੋਕਾਂ ਨੂੰ ਵੀ ਬੁਲਾ ਲਓ, ਕਿਉਂਕਿ ਮਾਲਵੇ 'ਚ ਗੁਰੂ ਕੀ ਸਿੱਖੀ ਬਹੁਤ। ਮਹਾਰਾਜ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਇਲਾਕੇ 'ਚ ਬੜਾ ਪ੍ਰਚਾਰ ਕੀਤਾ, ਦਰਸ਼ਨ ਦਿੱਤੇ। ਬਾਅਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਨੰਦ ਸੇਵਕ ਭਾਈ ਭਗਤੂ ਜੀ, ਫਿਰ ਪੰਜਵੇਂ ਪਾਤਸ਼ਾਹ ਦੇ ਸੇਵਕ ਭਾਈ ਬਹਿਲੋ ਜੀ, ਇਸੇ ਤਰ੍ਹਾਂ ਹੋਰ ਬੜੇ ਬੜੇ ਮਹਾਨ ਸਿੱਖ ਕਰਨੀ ਵਾਲੇ ਭਾਈ ਸਾਈਂ ਦਾਸ ਜੀ ਵਰਗੇ ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਅੱਜ ਵੀ ਸਾਧ ਸੰਗਤ ਜੀ ਜਿਹੜੀ ਬੈਲਟ ਹੈ, ਦਮਦਮਾ ਸਾਹਿਬ ਬਠਿੰਡੇ ਦਾ ਇਲਾਕਾ, ਇਹ ਵੀ ਇੱਕ ਖਾਲਸੇ ਦਾ ਗੜ੍ਹ ਹੈ। ਬਾਬਾ ਦੀਪ ਸਿੰਘ ਜੀ ਵੀ ਇੱਥੇ ਰਹੇ ਹਨ, ਹੋਰ ਵੀ ਪੁਰਾਤਨ ਸਿੰਘ ਇੱਥੇ ਰਹੇ ਹਨ। ਸੋ ਉੱਥੇ ਮਹਾਰਾਜ ਕਹਿੰਦੇ ਪਿੰਡਾਂ ਦੇ ਸਿੱਖਾਂ ਨੂੰ ਬੁਲਾ ਕੇ ਤੇ ਛੇਤੀ ਛੇਤੀ ਕਬਰਾਂ ਪਟਾਓ। ਕਬਰ ਬਹੁਤ ਵੱਡੀ, ਇੱਕੋ ਹੀ ਪਟਣੀ ਹੈ, ਜਿਹਦੇ 'ਚ ਸਾਰੀਆਂ ਲਾਸ਼ਾਂ ਗਰਕ ਕੀਤੀਆਂ ਜਾਣ, ਦਫਨ ਕੀਤੀਆਂ ਜਾਣ। ਸੁਨ ਕਰ ਨਰ ਗਨ ਗੁਰੂ ਹੁਕਮ ਕੋ। ਮਹਾਰਾਜ ਦਾ ਹੁਕਮ ਪਾ ਕੇ ਫੌਜੀ ਵੀ ਲੱਗ ਗਏ ਜਿਹੜੇ ਗੁਰੂ ਦੇ ਸਿੱਖ ਸੀ, ਤੇ ਬਾਕੀ ਵੀ ਪਿੰਡਾਂ 'ਚੋਂ ਲੋਕ ਆ ਗਏ। ਮਹਾਰਾਜ ਦਾ ਹੁਕਮ ਸੀ ਸਾਰਿਆਂ ਨੂੰ, ਭਾਈ ਛੇਤੀ ਛੇਤੀ ਕਈਆਂ ਅਤੇ ਕੁਦਾਲੇ ਲੈ ਕੇ ਆਓ, ਮਿੱਟੀ ਪੁੱਟੋ। ਕਬਰ ਕੋਈ ਇੱਕ ਪੁੱਟਣੀ ਹੋਵੇ ਨਾ ਤਾਂ ਵੀ ਬੜੀ ਔਖੀ ਹੁੰਦੀ ਹੈ। ਤੇ ਜਿੱਥੇ ਸਾਧ ਸੰਗਤ ਜੀ 35,000 ਬੰਦਾ ਦਫਨ ਕਰਨਾ, ਉਹ ਕਬਰ ਕਿੱਡੀ ਹੋਵੇਗੀ। ਕਿੱਲਿਆਂ ਦੇ ਵਿੱਚ ਖੁਦਾਈ ਕਰਨੀ ਪਈ, ਬਹੁਤ ਛੇਤੀ ਲੱਗ ਗਏ। ਪੱਟ ਪੱਟ ਕੇ ਡੂੰਘਾ ਟੋਆ ਪੁੱਟਿਆ ਹੈ। ਜਾਏ ਚ ਨਾਰ ਕੀਨ ਪਟ ਅੰਗ। ਇੱਧਰੋਂ ਮਹਾਰਾਜ ਦੇ ਸਿੱਖ ਭਾਈ ਵਿਧੀ ਚੰਦ ਜੀ ਗਏ ਨੇ, ਨਾਲ ਹੋਰ ਸਾਰੇ ਸਿੱਖਾਂ ਨੂੰ, ਸੂਰਬੀਰਾਂ ਨੂੰ ਲੈ ਕੇ ਗਏ ਨੇ। ਸਭ ਤੋਂ ਪਹਿਲਾਂ ਆਪਣੇ ਗੁਰਸਿੱਖ ਭਰਾਵਾਂ ਦੀ ਪਛਾਣ ਕੀਤੀ ਹੈ। ਸਿੱਖਾਂ ਦੀ ਪਛਾਣ ਵੱਖਰੀ, ਦਾੜੇ ਕੇਸ ਸਾਬਤ ਹੁੰਦੇ ਸਨ, ਮੁਸ਼ਹਿਰੇ ਵੀ ਚੜ੍ਹੇ ਹੁੰਦੇ ਤਿਆਰ ਬਰ ਤਿਆਰ। ਤੁਰਕਾਂ ਦੀਆਂ ਮੁੱਛਾਂ ਮੁੰਨੀਆਂ ਹੁੰਦੀਆਂ ਤੇ ਸਿਰ ਮੁੰਨਿਆ ਹੁੰਦਾ ਸੀ, ਦਾੜੀ ਹੁੰਦੀ ਸੀ। ਉਹਨਾਂ ਦੀ ਇਹ ਪਛਾਣ ਸੀ। ਉਹਨਾਂ ਦੀ ਪਛਾਣ ਵੱਖਰੀ, ਸਿੱਖਾਂ ਦੀ ਪਛਾਣ ਵੱਖਰੀ। ਨਾਲੇ ਆਪਣੇ ਪਤਾ ਹੀ ਹੁੰਦਾ, ਨਾਲ ਰਹਿੰਦੇ ਸਨ। ਉਹਨਾਂ ਸ਼ਹੀਦਾਂ ਸਿੱਖਾਂ ਦੇ ਸਰੀਰ ਚੁੱਕੇ ਹਨ। ਜੇਠੇ ਆਦਿਕ ਲੈ ਸਭ ਦਾਹੇ। ਸਭ ਤੋਂ ਸ਼੍ਰੋਮਣੀ ਭਾਈ ਸਾਹਿਬ ਭਾਈ ਜੇਠਾ ਜੀ 6ਵੇਂ ਪਾਤਸ਼ਾਹ ਦੇ ਨਾਲ ਇਹਨਾਂ ਨੇ ਇਹ ਜੰਗ ਲੜਿਆ, ਸ਼ਹੀਦੀ ਪਾਈ ਹੈ। ਪਰ ਇਹ ਗੁਰੂ ਅਰਜਨ ਦੇਵ ਜੀ ਦੇ ਪੁਰਾਤਨ ਸਿੱਖ ਹੋਏ ਨੇ। ਭਾਈ ਜੇਠਾ, ਭਾਈ ਲੰਗਾ, ਭਾਈ ਪੁਰਾਣਾ, ਭਾਈ ਪੈੜਾ, ਭਾਈ ਵਿਧੀ ਚੰਦ। ਜਦੋਂ ਪੰਜਵੇਂ ਪਾਤਸ਼ਾਹ ਨੂੰ ਚੰਦੂ ਨੇ 30 ਮਈ 1606 ਵਾਲੇ ਦਿਨ ਜੇਠ ਸੁਦੀ ਚੌਥ ਨੂੰ ਸ਼ਹੀਦ ਕੀਤਾ, ਉਦੋਂ ਇਹ 5 ਸਿੱਖ ਨਾਲ ਸੀ, ਜੇਠਾ ਵੀ ਨਾਲ ਸੀ। ਫਿਰ 6ਵੇਂ ਪਾਤਸ਼ਾਹ ਨਾਲ ਵੀ ਰਿਹਾ। ਬ੍ਰਹਮ ਗਿਆਨੀ ਦੀ ਪਦਵੀ ਮਿਲੀ ਇਹਨਾਂ ਨੂੰ। ਆਤਮ ਗਿਆਨੀ ਸਿੱਖ ਹੋਏ ਭਾਈ ਜੇਠਾ ਜੀ। ਦਾੜਾ ਚਿੱਟਾ ਹੋ ਗਿਆ। 60-65 ਸਾਲ ਦੀ ਉਮਰ ਦੇ ਵਿੱਚ ਵੀ ਸਰੀਰ ਨੌਜਵਾਨਾਂ ਵਰਗਾ ਤਗੜਾ, ਰਿਸ਼ਟ ਪੁਸ਼ਟ, ਕਿਉਂਕਿ ਬੜੇ ਕਰਨੀ ਵਾਲੇ ਸਿੱਖ ਸਨ। ਉਹਨਾਂ ਦਾ ਮਾਝੇ 'ਚ ਕਈ ਥਾਵਾਂ 'ਤੇ ਅਸਥਾਨ ਬਣਿਆ ਸੁਣੀਦਾ ਹੈ। ਸੋ ਉਹ ਭਾਈ ਜੇਠਾ ਜੀ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਨ। ਉਹਨਾਂ ਦਾ ਪਵਿੱਤਰ ਸਰੀਰ ਅਤੇ ਨਾਲ ਹੋਰ ਗੁਰੂ ਕੇ ਸਿੱਖਾਂ ਦੇ ਸਰੀਰ ਚੁੱਕੇ ਹਨ। ਜੋਰਨ ਖੇਤ ਗਿਰੇ ਤਨ ਭੰਗ। ਜਿਹੜੇ ਸਿੱਖ ਸ਼ਹੀਦ ਹੋਏ ਸਾਰਿਆਂ ਦੇ ਸਰੀਰ ਚੁੱਕੇ ਹਨ। ਨਰਗਨ ਲਗੇ ਗਰਤ ਕੋ ਖੋਦਨ। ਦੂਜੇ ਪਾਸੇ ਪਿੰਡਾਂ ਦੇ ਲੋਕ ਟੋਆ ਪੁੱਟ ਰਹੇ ਤੁਰਕਾਂ ਮੁਗਲਾਂ ਵਾਸਤੇ। ਜੇਤਕ ਤੁਰਕ ਬਚੇ ਸਮੁਦਾਏ। ਜਿਹੜੇ ਤੁਰਕ ਬਚ ਗਏ ਸਨ ਉਹਨਾਂ ਨੂੰ ਲਿਆਂਦਾ ਗੁਰੂ ਸਾਹਿਬ ਦੇ ਸਾਹਮਣੇ। ਤਿੰਨ ਸਭ ਹਨ ਕੋ ਕਹਿਓ ਮ੍ਰਿਤਕ ਜੇ। ਉਹਨਾਂ ਨੂੰ ਕਿਹਾ ਵੀ ਤੁਹਾਡੇ ਜਿਹੜੇ ਨਾਲ ਦੇ ਮਰ ਚੁੱਕੇ ਨੇ, ਇਹਨਾਂ ਦੀਆਂ ਲਾਸ਼ਾਂ ਚੁੱਕ ਕੇ ਤੇ ਟੋਏ 'ਚ ਸੁੱਟੀ ਜਾਓ। ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ। ਪਰ ਇੱਕ ਗੱਲ ਖਿਆਲ ਰੱਖਿਆ ਜੇ, ਕਿਸੇ ਸਿਪਾਹੀ ਦੇ ਗਾਤਰਿਓਂ ਸ਼ਸਤਰ ਨਹੀਂ ਲਾਣਾ, ਉਹਨਾਂ ਦੇ ਕੱਪੜੇ ਨਹੀਂ ਲਾਣੇ, ਉਹਨਾਂ ਦੇ ਹਥਿਆਰ ਨਹੀਂ ਲਾਣੇ। ਪੁਰਾਣੇ ਜ਼ਮਾਨੇ ਵਿੱਚ ਦੁਸ਼ਮਣ ਦੇ ਕੱਪੜੇ ਵੀ ਲਾ ਲੈਂਦੇ ਹੁੰਦੇ ਸੀ। ਕੱਪੜਾ ਘੱਟ ਹੁੰਦਾ ਸੀ ਤੇ ਕਹਿੰਦੇ ਸੀ ਬਈ ਤਲਵਾਰ ਤਾਂ ਉਹਦੀ ਖੋਹਣੀ ਹੈ, ਹਥਿਆਰ ਕੱਪੜੇ ਵੀ ਲਾ ਲਓ। ਤੇ ਜਿਹੜਾ ਰਹਿਤਨਾਮੇ 'ਚ ਆਉਂਦਾ ਨਾ ਵੀ ਗੁਰੂ ਕਾ ਸਿੱਖ ਕਸ਼ਹਿਰਾ ਮੈਲਾ ਪਾਵੇ,
ਉਹ ਤਾਂ ਹੀ ਮੈਲਾ ਕਛਹਿਰਾ ਪਾਉਂਦੇ ਸੀ ਵੀ ਜੰਗ 'ਚ ਤੁਰਕ ਮੈਲਾ ਕਛਹਿਰਾ ਲਾਹ ਕੇ ਨਾ ਲੈ ਜਾਣ ਕਿਤੇ, ਇੰਨਾ ਕੁ ਤਾਂ ਲੱਕ ਤਾਂ ਨੰਗਾ ਨਾ ਕਰਨ। ਇਸ ਕਰਕੇ ਉਹ ਜੰਗ ਦੇ ਸਮੇਂ ਲਈ ਗੱਲ ਦੱਸੀ ਹੋਈ ਆ ਰਹਿਤਨਾਮੇ 'ਚ। ਕਈ ਅੱਜ ਕੱਲ੍ਹ ਕਿੰਤੂ ਪਰੰਤੂ ਕਰਦੇ, ਰਹਿਤਨਾਮਿਆਂ 'ਚ ਕੀ ਲਿਖਿਆ, ਕਛਹਿਰੇ ਮੈਲੇ ਕਿਉਂ ਪਾਈਏ। ਸੋ ਇਸ ਕਰਕੇ ਲਿਖਿਆ ਹੋਇਆ ਵੀ ਕਛਹਿਰੇ ਤੋਂ ਬਿਨਾਂ ਸਰੀਰ ਨਾ ਰਵੇ ਸਿੰਘ ਦਾ। ਰਹੋ ਵਿਚਾਰ, ਮਹਾਰਾਜ ਨੇ ਤੁਰਕਾਂ ਦਾ ਕੋਈ ਵੀ ਕੱਪੜਾ ਨਹੀਂ ਲਾਇਆ। ਮਹਾਰਾਜ ਕਹਿੰਦੇ ਨਾ, ਅਸੀਂ ਨਾ ਕੱਪੜਾ ਲਾਣਾ ਕਿਸੇ ਦਾ, ਨਾ ਗਹਿਣਾ ਨਾ ਸ਼ਸਤਰ, ਉੱਦਾਂ ਹੀ ਉਹਨਾਂ ਨੂੰ ਦਫਨ ਕਰ ਦੇਣਾ ਉਹਨਾਂ ਦੇ ਸਮਾਨ ਸਮੇਤ, ਲਿਆ ਲਿਆ ਕੇ ਟੋਏ 'ਚ ਸੁੱਟੀ ਜਾਓ। ਅੰਗੀਕਾਰ ਨਾ ਕਰੋ ਵਸਤ ਕੁਛ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਦਿੱਤਾ ਇਹਨਾਂ ਦੀ ਕੋਈ ਚੀਜ਼ ਨਹੀਂ ਲੈਣੀ, ਕੋਈ ਚੀਜ਼ ਵਸਤੂ ਅੰਗੀਕਾਰ ਨਹੀਂ ਕਰਨੀ ਤੁਰਕਾਂ ਦੀ। ਸਭ ਹੀ ਪਾਏ ਦੇਹੋ ਇਸ ਥਾਏ। ਮਹਾਰਾਜ ਕਹਿੰਦੇ ਇਹਨਾਂ ਦੇ ਸ਼ਸਤਰ ਬਸਤਰ ਵੀ ਕਬਰ ਦੇ ਵਿੱਚ ਪਾ ਦਿਓ। ਸੁਨ ਕਰ ਲਗੇ ਕਰਨ ਬਿਦ ਤੈਸੀ। ਤੁਰਕ ਉਸੇ ਤਰ੍ਹਾਂ ਆਪਣੇ ਸਾਥੀਆਂ ਦੀਆਂ ਲਾਸ਼ਾਂ ਲਿਆ ਲਿਆ ਕੇ ਸੁੱਟੀ ਜਾਂਦੇ ਆ, ਨਾਲ ਸਿੱਖ ਵੀ ਲੱਗ ਗਏ ਪਿੰਡਾਂ ਦੇ। ਜਾਏ ਖੇਤ ਤੇ ਲਿਆਏ ਉਚਾਏ। ਮੁਰਦਿਆਂ ਨੂੰ ਲਿਆ ਲਿਆ ਕੇ ਚੁੱਕ ਲਿਆ ਕੇ ਸੁੱਟਦੇ ਨੇ ਕਬਰ ਦੇ ਵਿੱਚ। ਮਰੇ ਤੁਰਕ ਜੇ ਪਰੇ ਲਰੇ ਰਣ। ਜਿਹੜੇ ਤੁਰਕ ਮਰੇ ਹਨ ਜੰਗ ਦੇ ਮੈਦਾਨ ਵਿੱਚ ਲੜ ਕੇ, ਸਭਨ ਉਠਾਏ ਗਰਤ ਦੇ ਪਾਏ। ਸਾਰਿਆਂ ਨੂੰ ਟੋਏ 'ਚ ਸਿੱਟ ਸਿੱਟ ਕੇ। ਘਨੇ ਸਿੱਖ ਅਰ ਰਾਹਕ ਲਾਗੇ। ਨਾਲ ਪਿੰਡਾਂ ਦੇ ਜ਼ਿਮੀਂਦਾਰ ਲਾਗੇ ਨੇ, ਦੁਆਬੇ ਤੇ ਮਾਲਵੇ ਦੇ, ਕੋਈ ਮਾਝੇ ਤੋਂ ਵੀ ਸਿੱਖ ਆਏ ਹੋਏ ਸਨ। ਜਿਹੜੇ ਖਾਸ ਕਰਕੇ ਮਾਲਵੇ ਦੇ ਸਿੱਖ ਨੇੜੇ ਸਨ, ਉਹ ਸਾਰੇ ਆ ਕੇ ਲੱਗ ਗਏ। ਕਬਰ ਪੁੱਟਣ ਵੀ ਲੱਗੇ ਨੇ, ਨਾਲੇ ਸਾਧ ਸੰਗਤ ਜੀ ਲਾਸ਼ਾਂ ਨੂੰ ਸੁੱਟਦੇ ਨੇ ਕਬਰਾਂ ਦੇ ਵਿੱਚ। ਸਿੱਖਾਂ ਦੇ ਸ਼ਹੀਦਾਂ ਦੇ ਸੰਸਕਾਰ ਕਰਦੇ ਨੇ। ਅਪਰ ਤਮਾਸ਼ ਬੀਨ ਜੇ ਆਏ। ਜਿਹੜੇ ਜੰਗ ਦਾ ਤਮਾਸ਼ਾ ਬਾਅਦ ਚ ਵੇਖਣ ਆਏ ਸਨ, ਉਹ ਵੀ ਮਹਾਰਾਜ ਨੇ ਆਖਿਆ ਭਾਈ ਸੇਵਾ ਕਰੋ। ਗੁਰੂ ਹੁਕਮ ਕੋ ਮਾਨ ਮਾਨ ਕਰ। ਮਹਾਰਾਜ ਦਾ ਹੁਕਮ ਮੰਨ ਮੰਨ ਕੇ। ਲੋਥ ਉਟਾਏ ਘਸੀਟਤ ਲਿਆਏ। ਕੋਈ ਲਾਸ਼ਾਂ ਚੁੱਕ ਕੇ ਲਿਆਉਂਦੇ ਆ, ਕੋਈ ਘੜੀਸੀ ਆਉਂਦੇ ਆ, ਕਿਉਂਕਿ ਇੰਨੀਆਂ ਲਾਸ਼ਾਂ ਚੁੱਕੀਆਂ ਕਿਹੜਾ ਜਾਂਦੀਆਂ। 35-40 ਹਜ਼ਾਰ ਬੰਦਾ ਚੁੱਕ ਕੇ ਲਿਆਣਾ, ਕਬਰਾਂ 'ਚ ਸੁੱਟਣਾ ਸੌਖਾ ਕੰਮ ਨਹੀਂ। ਕੋਈ ਚੁੱਕ ਕੇ ਲਿਆਉਂਦਾ, ਕੋਈ ਏਦਾਂ ਹੀ ਫਟਾਫਟ ਘੜੀਸੀ ਆਉਂਦੇ ਵਿੱਚ ਸੁੱਟੀ ਜਾਂਦੇ ਲਾਸ਼ਾਂ ਨੂੰ। ਸ਼ਸਤਰ ਬਸਤਰ ਕੇ ਸਹਿਤ ਸੁਗੇ ਰਹਿ। ਉਹ ਸ਼ਸਤਰਾਂ ਬਸਤਰਾਂ ਦੇ ਸਮੇਤ ਸੁੱਟਦੇ, ਕੋਈ ਵੀ ਸ਼ਸਤਰ ਬਸਤਰ ਲਾਂਦੇ ਨਹੀਂ। ਮਹਾਰਾਜ ਦਾ ਹੁਕਮ ਹੈ ਵੀ ਭਾਈ ਕਿਸੇ ਦਾ ਕੋਈ ਵੀ ਸ਼ਸਤਰ ਨਹੀਂ ਲਾਣਾ, ਕੋਈ ਕੱਪੜਾ ਨਹੀਂ ਲਾਣਾ, ਏਦਾਂ ਹੀ ਸੁੱਟ ਦੇਣਾ। ਹਾਂਜੀ, ਪੂਰਨ ਕਰਿਓ ਤੁਰਤ ਸਮੁਦਾਏ। ਤੇ ਸਾਧ ਸੰਗਤ ਜੀ ਤੁਰਕ ਜਿਹੜੇ ਹਨ ਉਹ ਸਾਰੇ ਟੋਏ 'ਚ ਪਾ ਕੇ ਟੋਆ ਭਰ ਦਿੱਤਾ ਗਿਆ। ਕੋ ਲਿਆਵਤ ਕੋ ਧਾਵਤ ਜਾਵਤ। ਕੋਈ ਲਿਆ ਰਿਹਾ, ਕੋਈ ਲਿਆ ਕੇ ਸੁੱਟ ਕੇ ਲਾਸ਼ ਦੂਜੀ ਲੈਣ ਜਾ ਰਿਹਾ ਦੌੜ ਕੇ। ਭਏ ਆਨੰਦਤ ਜੈ ਗੁਰ ਜਾਨ। ਥਾਂ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਜਿੱਤ ਦੇ ਜੈਕਾਰੇ ਬੁਲਾਏ ਜਾ ਰਹੇ ਨੇ। ਗਨ ਤੁਰਕਾਨ ਹਾਨ ਕਰ ਪ੍ਰਾਨਨ। ਬਹੁਤ ਸਾਰੇ ਤੁਰਕਾਂ ਦੀ ਜਾਨ ਲਈ ਗਈ, ਤੁਰਕ ਮਾਰੇ ਗਏ ਹਨ। ਅਚਰਜ ਸਭ ਕੇ ਭਇਓ ਮਹਾਨ। ਸਾਰਿਆਂ ਦੇ ਮਨ 'ਚ ਬੜੀ ਹੈਰਾਨੀ ਹੈ ਵੀ ਗੁਰੂ ਸਾਹਿਬ ਨੇ ਥੋੜੇ ਜਿਹੇ ਸਿੱਖਾਂ ਤੋਂ ਕਿੰਨੀ ਤੁਰਕਾਂ ਦੀ ਫੌਜ ਮਰਵਾ ਦਿੱਤੀ ਹੈ। ਜਹ ਜਹ ਸੁਨਤ ਪਿਖਨ ਹਿਤ ਧਾਏ। ਜਿੱਥੇ ਜਿੱਥੇ ਖਬਰ ਪਹੁੰਚੀ ਹੈ ਵੀ ਗੁਰੂ ਸਾਹਿਬ ਜੰਗ ਜਿੱਤ ਗਏ ਨੇ ਤੇ 35,000 ਤੁਰਕ ਮਾਰੇ ਗਏ ਨੇ, ਲੋਕ ਵੇਖਣ ਵਾਸਤੇ ਆ ਰਹੇ ਨੇ ਜੰਗ ਦਾ ਮੈਦਾਨ। ਭਇਓ ਸਮੂਹ ਨਰਨ ਕੋ ਆਨ। ਕਈ 12-12 ਮੀਲਾਂ ਤੋਂ, ਕੋਈ 24-24 ਮੀਲਾਂ ਤੋਂ ਵੀ ਲੋਕ ਆ ਗਏ ਵੇਖਣ ਵਾਸਤੇ। ਬਹੁਤ ਭੀੜ ਹੋ ਗਈ। ਗਰਤ ਪੂਰ ਕਰ ਉਪਰ ਧਰ ਕਰ। ਸਾਰੇ ਤੁਰਕਾਂ ਮੁਗਲਾਂ ਪਠਾਣਾ ਨੂੰ ਲਿਆ ਲਿਆ ਕੇ ਟੋਏ 'ਚ ਸੱਟ ਕੇ ਟੋਆ ਭਰ ਦਿੱਤਾ, ਪੂਰ ਦਿੱਤਾ। ਪੁਨ ਉਮਰਾਵ ਲਿਆਏ ਤਿਸ ਥਾਨ। ਜਦੋਂ ਲਾਸ਼ਾਂ ਸਾਰੀਆਂ ਥੱਲੇ ਆ ਗਈਆਂ, ਫਿਰ ਵੱਡੇ ਲਲਾ ਬੇਗ, ਕਾਬਲ ਬੇਗ, ਕੰਬਰ ਬੇਗ, ਕਾਸਿਮ ਬੇਗ ਦੀਆਂ ਲਾਸ਼ਾਂ ਲਿਆਂਦੀਆਂ ਹਨ। ਇੱਕ ਮਹਾਰਾਜ ਕੋ ਸਿੱਖ ਹਤੋ ਵਿੱਚ। ਸਾਧ ਸੰਗਤ ਜੀ, ਉਸ ਵੇਲੇ ਇੱਕ ਮਹਾਰਾਜ ਪਿੰਡ ਦਾ, ਉੱਥੋਂ ਦਾ ਹੀ ਫੂਲ ਕੇ ਮਹਾਰਾਜ ਦਾ ਇੱਕ ਸਿੱਖ ਸੀ ਵਿੱਚ ਸੇਵਾ ਕਰਨ ਵਾਲਾ। ਕੰਬਰ ਬੇਗ ਲੋਥ ਕੋ ਦੇਖ। ਉਹਨੇ ਜਦੋਂ ਕੰਬਰ ਬੇਗ ਦੀ ਲਾਸ਼ ਵੇਖੀ, ਕੰਬਰ ਬੇਗ ਜਿਹੜਾ ਲੱਲਾ ਬੇਗ ਦਾ ਛੋਟਾ ਭਰਾ ਸੀ, ਉਹਦੀ ਲਾਸ਼ ਵੇਖੀ ਮਹਾਰਾਜ ਦੇ ਸਿੱਖ ਨੇ। ਮੁਸ਼ਟ ਗਹੀ ਤਰਵਾਰ ਨਗਨ ਕੀ। ਕਹਿੰਦੇ ਕੰਬਰ ਬੇਗ ਦੇ ਹੱਥ ਵਿੱਚ ਨੰਗੀ ਤਲਵਾਰ
ਮੁੱਠਾ ਬੜਾ ਕੀਮਤੀ ਸੋਨੇ ਦਾ, ਵਿੱਚ ਹੀਰੇ ਜੜੇ ਹੋਏ, ਮੋਤੀ ਜੜੇ ਹੋਏ। ਜਿਸ ਕੀ ਕੀਮਤ ਹੁਤੀ ਵਿਸ਼ੇਖ। ਤਲਵਾਰ ਫੌਲਾਦ ਦੀ ਬਾਹਲੀ ਮਹਿੰਗੀ। ਤਲਵਾਰਾਂ ਦਾ ਕਿਆ ਮੁੱਲ ਹੈ ਸਾਧ ਸੰਗਤ ਜੀ? ਅੱਜ ਕੱਲ੍ਹ ਵੀ ਕਰੋੜਾਂ ਕਰੋੜਾਂ ਰੁਪਏ ਦੀ ਤਲਵਾਰਾਂ ਹਨ, ਅਜੇ ਵੀ ਪਈਆਂ ਰਾਜਿਆਂ ਮਹਾਰਾਜਿਆਂ ਨੂੰ। ਕਦੀ ਸੱਚਖੰਡ ਹਜ਼ੂਰ ਸਾਹਿਬ ਜਾਓ, ਉੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਸ਼ਸਤਰ ਬਾਹਰ ਆਉਂਦੇ ਸਾਰੇ। ਤੁਸੀਂ ਹੈਰਾਨ ਰਹਿ ਜਾਓਗੇ ਵੀ ਕਰੋੜ ਰੁਪਈਆ ਦੇ ਕੇ ਵੀ ਉਹ ਚੀਜ਼ ਨਹੀਂ ਬਣ ਸਕਦੀ ਜਿਹੜੀ ਸਤਿਗੁਰਾਂ ਦੇ ਕਮਰ ਕਸੇ ਦੇ ਔਰ ਮਹਾਰਾਜਾ ਰਣਜੀਤ ਸਿੰਘ ਦੇ, ਅਕਾਲੀ ਫੂਲਾ ਸਿੰਘ ਦੇ ਤੇ ਪੁਰਾਤਨ ਰਾਜਿਆਂ ਮਹਾਰਾਜੇ ਸਿੱਖ ਸਰਦਾਰਾਂ ਦੇ ਸ਼ਸਤਰ ਹਨ। ਬਾਹਲੇ ਕੀਮਤੀ ਆਲਾ ਦਰਜੇ ਦੇ ਮਹਿੰਗੇ ਸ਼ਸਤਰ। ਪੁਰਾਣੇ ਜ਼ਮਾਨੇ 'ਚ ਰਾਜੇ ਮਹਾਰਾਜੇ ਇੱਦਾਂ ਦੇ ਨਵਾਬ ਲੋਕ ਸ਼ਸਤਰ ਪਾਇਆ ਕਰਦੇ ਸੀ। ਕੰਬਰ ਬੇਗ ਦੇ ਹੱਥ ਤਲਵਾਰ ਬਾਹਲੀ ਸੁੰਦਰ ਫੁਲਾਦੀ ਤੇ ਮੁੱਠਾ ਉਹਦਾ ਬਾਹਲਾ ਹੀ ਕੀਮਤੀ ਹੈ, ਸੋਨੇ ਦਾ ਮੜਿਆ ਹੋਇਆ, ਹੀਰੇ ਮੋਤੀ ਨਗ ਜੜੇ ਹੋਏ ਹਨ। ਖਰ ਫੌਲਾਦ ਕੀ ਘੜੀ ਵਲਾਇਤ। ਕਿਸੇ ਬਾਹਰਲੇ ਮੁਲਕ ਵਿੱਚ, ਕਿਸੇ ਦੂਸਰੇ ਦੇਸ਼ ਵਿੱਚ, ਵਲਾਇਤ ਵਿੱਚ ਬਣੀ ਤਲਵਾਰ ਫੌਲਾਦ ਦੀ ਤਲਵਾਰ। ਫੌਲਾਦ ਉਹ ਲੋਹਾ ਹੁੰਦਾ ਵੀ ਕਈ ਟਨ ਲੋਹਾ ਕੱਢੀਏ ਨਾ, ਕਈ ਟਨ, ਤੇ ਉਹਦੇ ਵਿੱਚੋਂ ਪਾਈਆ ਕੁ ਲੋਹਾ ਕੱਢਿਆ ਜਾਵੇ ਕੁੱਟ-ਕੁੱਟ ਕੇ ਉਹਦੇ ਵਿੱਚੋਂ, ਤੇ ਉਹ ਲੋਹਾ ਫੌਲਾਦ ਦਾ, ਉਹਦੇ ਉੱਤੇ ਜਿਹੜੇ ਜੌਹਰ ਨੇ ਨਾ ਆਪੇ ਹੀ ਤੁਰਦੇ ਹਨ। ਇਹੋ ਜਿਹੀਆਂ ਤਲਵਾਰਾਂ ਹੁੰਦੀਆਂ। ਬਹੁਤ ਕੀਮਤੀ ਤਿੱਖੀ ਧਾਰ ਵਾਲੀ ਤਲਵਾਰ ਫੌਲਾਦ ਦੀ। ਬਹੁਤ ਸੁੰਦਰ ਕੋ ਤਿਸਨੇ ਪੇਖ। ਬਾਹਲੀ ਸੁੰਦਰ ਤਲਵਾਰ, ਸੋਹਣੀ ਤਲਵਾਰ ਸਿੱਖ ਨੇ ਵੇਖ ਲਈ। ਸੋ ਲੈ ਕਰ ਕਿਸ ਥਾਨ ਦੁਰਾਈ। ਉਹਦਾ ਮਨ ਬੇਈਮਾਨ ਹੋ ਗਿਆ ਤੇ ਉਹਨੇ ਤਲਵਾਰ ਕੰਬਰ ਬੇਗ ਦੀ ਲੈ ਕੇ ਕਿਤੇ ਛੁਪਾ ਦਿੱਤੀ। ਜਿਸ ਥਲ ਕੋਈ ਨਾ ਸਕੈ ਪਰੇਖ। ਜਿੱਥੇ ਕੋਈ ਪਰਖ ਨਾ ਸਕੇ ਵੀ ਇਹ ਤਲਵਾਰ ਕਿਸੇ ਨੂੰ ਪਤਾ ਨਾ ਲੱਗੇ, ਮੈਂ ਆਪਣੇ ਘਰ ਲੈ ਜਾਵਾਂਗਾ। ਗੁਰ ਪੈ ਧਾਰ ਛਪਾਵਨ ਕੀਨਸ। ਗੁਰੂ ਸਾਹਿਬ ਨੇ ਕਿਹਾ ਹੋਇਆ ਵੀ ਕੋਈ ਸ਼ਸਤਰ ਰੱਖਣਾ ਨਹੀਂ, ਸਾਰੇ ਸ਼ਸਤਰ ਨਾਲ ਦੀ ਨਾਲ ਹੀ ਕਬਰ 'ਚ ਸੁੱਟ ਦੇਣੇ ਨੇ। ਉਹ ਸਿੱਖ ਵਿਚਾਰਾ ਭੈ ਕਰਕੇ ਵੀ ਗੁਰੂ ਸਾਹਿਬ ਨੂੰ ਪਤਾ ਨਾ ਲੱਗ ਜਾਵੇ, ਉਹ ਲੁਕਾ ਗਿਆ। ਮਹਾ ਲੋਭ ਔਰ ਪਿਖ ਤਰਵਾਰ। ਬਹੁਤਾ ਹੀ ਲਾਲਚ ਆ ਗਿਆ ਮਨ 'ਚ, ਮਨ ਬਹੁਤਾ ਹੀ ਡੋਲ ਗਿਆ। ਗੁਰੂ ਦੇ ਬਚਨ ਤੋਂ ਭੈ ਵੀ ਸੀ ਵੀ ਮਹਾਰਾਜ ਨੇ ਸੁੱਟਣ ਨਹੀਂ ਦੇਣੀ, ਉਹਨੇ ਚੋਰੀ ਛੁਪਾ ਲਈ। ਅਪਰ ਨ ਕਿਨਹੂ ਤਹ ਕੁਛ ਲੀਨਸ। ਹੋਰ ਕਿਸੇ ਸਿੱਖ ਨੇ ਕੋਈ ਸ਼ਸਤਰ ਨਹੀਂ ਲਿਆ, ਕੋਈ ਕਿਸੇ ਦੀ ਢਾਲ, ਤਲਵਾਰ, ਬਰਛਾ, ਪੇਸ਼ਕਬਜ਼, ਖੰਜਰ, ਕਟਾਰ, ਬੁਗਦਾ, ਬਿਸ਼ੂਆ, ਤੀਰ, ਕਮਾਨ, ਬੰਦੂਕ, ਹਥਿਆਰ ਕੋਈ ਨਹੀਂ ਲਿਆ। ਪਾਏ ਗਰਤ ਮਹਿ ਕਈ ਹਜ਼ਾਰ। ਹਜ਼ਾਰਾਂ ਸ਼ਸਤਰ ਹਜ਼ਾਰਾਂ ਬੰਦਿਆਂ ਸਮੇਤ ਕਬਰ 'ਚ ਸਿੱਟ ਦਿੱਤੇ। ਮਿਰਤਕਾ ਪਾਏ ਮਿਰਤਕਨ ਊਪਰ। ਤੇ ਮੁਰਦਿਆਂ ਦੇ ਉੱਤੇ ਮਿੱਟੀ ਪਾਈ ਗਈ, ਉਹਨਾਂ ਦੀ ਕਬਰ ਦਫਨਾ ਦਿੱਤੇ ਗਏ ਸਾਰੇ ਹੀ। ਕਰਿਓ ਸਥੰਡਲ ਤੁੰਗ ਸੁਧਾਰ। ਉੱਤੇ ਵੱਡਾ ਸਾਰਾ ਥੜਾ ਬਣਾਇਆ ਗਿਆ। ਸਭ ਬਣਾਏ ਕਰ ਸਤਿਗੁਰ ਕੇ ਢਿਗ। ਸਾਰੀ ਕਬਰ ਪੂਰ ਕੇ, ਸਾਰੀਆਂ ਲਾਸ਼ਾਂ ਦਫਨਾ ਕੇ, ਥੜਾ ਬਣਾ ਕੇ ਗੁਰੂ ਜੀ ਦੇ ਕੋਲ ਗਏ। ਕਹਿਓ ਜਾਏ ਕਰ ਬਨਿਓ ਸੋ ਤਿਆਰ। ਮਹਾਰਾਜ ਨੂੰ ਦੱਸਿਆ ਸੱਚੇ ਪਾਤਸ਼ਾਹ ਜੀ ਕਬਰ ਬਣ ਗਈ ਹੈ, ਕਬਰ ਦੇ ਉੱਤੇ ਥੜਾ ਵੀ ਬਣ ਗਿਆ ਹੈ। ਸ਼੍ਰੀ ਹਰਗੋਬਿੰਦ ਸੌਚ ਕਰੀ ਸਭ। ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚਾਚਾਰ ਇਸ਼ਨਾਨ ਪਾਣ ਕਰਕੇ ਪੁਨ ਇਸ਼ਨਾਨ ਕਰ ਸ਼ਸਤਰ ਸਜਾਏ। ਮਹਾਰਾਜ ਜੀ ਨੇ ਦਾਤਣ ਕੁਰਲਾ ਕੀਤਾ, ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋ ਕੇ ਆਪਣੇ ਸ਼ਸਤਰ ਬਸਤਰ ਬਦਲੇ। ਜਿਹੜੇ ਪਹਿਲਾਂ ਕੱਪੜੇ ਪਾਏ ਸੀ ਜੰਗ ਦੇ ਉਹ ਲਾਹ ਦਿੱਤੇ, ਤੇ ਫਿਰ ਬਾਦਸ਼ਾਹੀ ਪੁਸ਼ਾਕ, ਸੋਹਣੀ ਦਰਬਾਰ 'ਚ ਬੈਠਣ ਵਾਲੀ ਸੁੰਦਰ ਪੁਸ਼ਾਕ ਛੇਵੇਂ ਪਾਤਸ਼ਾਹ ਨੇ ਪਾਈ, ਤੇ ਮੀਰੀ ਪੀਰੀ ਦੀਆਂ ਤੇਗਾਂ, ਸੋਹਣੇ ਨਵੇਂ ਗਾਤਰੇ, ਸੋਹਣੇ ਦਸਤਾਰੇ, ਸ਼ਸਤਰ ਬਸਤਰ ਨਵੇਂ ਪਹਿਨੇ ਹਨ। ਦੁਆ ਘਟ ਕਾ ਦਿਨ ਰਹਿਓ ਤਬਹਿ ਲਗ। ਸ਼ਾਮ ਦੇ ਕੋਈ 4-5 ਵਜ ਚੱਲੇ ਸਨ, 2 ਘੜੀਆਂ ਦਿਨ ਬਾਕੀ ਰਹਿੰਦਾ ਸੀ। ਗਮਨੇ ਸੰਗ ਜੋਧ ਬਲਵਾਏ। ਭਾਈ ਜੋਧ ਸ਼ਾਹ ਨੂੰ ਨਾਲ ਲੈ ਕੇ ਗੁਰੂ ਜੀ ਉਸ ਕਬਰ ਨੂੰ ਦੇਖਣ ਗਏ ਹਨ। ਬਜੀ ਜੀਤ ਕੀ ਬੰਬ ਵਿਸਾਲੀ। ਉਸ ਵੇਲੇ ਮਹਾਰਾਜ ਜਦੋਂ ਲਾਸ਼ਾਂ ਵੱਲ, ਕਬਰ ਵੱਲ ਗਏ ਨੇ, ਤਾਂ ਨਗਾਰਿਆਂ ਦੇ ਉੱਤੇ ਸਿੱਖਾਂ ਨੇ ਜ਼ੋਰ ਦੇ ਨਾਲ ਡੰਕਾ ਮਾਰਿਆ ਹੈ, ਨਗਾਰਾ ਵਜਾਇਆ ਹੈ। ਭਏ ਸਾਥ ਸਿੱਖ ਪਟ ਸਮਦਾਏ। ਬਾਕੀ ਫੌਜਾਂ ਸਾਰੀਆਂ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਂਦੀਆਂ ਨਾਲ ਤੁਰ ਪਈਆਂ ਹਨ।
ਚੜੇ ਸਥੰਡਲ ਪਰ ਗੁਰ ਪੂਰਨ। ਮਹਾਰਾਜ ਮਹਾਬਲੀ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਉਸ ਥੜੇ ਤੇ ਜਾ ਚੜੇ ਹਨ। ਆਸ਼ੋ ਫਰਸ਼ ਤਹਾਂ ਕਰਵਾਏ। ਤੇ ਉੱਥੇ ਵਧੀਆ ਫਰਸ਼ ਵਿਛਾ ਕੇ ਨਾ ਉੱਤੇ ਗਲੀਚੇ ਵਿਛਾ ਕੇ ਤਖਤ ਉੱਤੇ ਲਾਇਆ ਦੀਵਾਨ ਕਬਰਾਂ ਦੇ। ਬੈਠੇ ਸਤਿਗੁਰ ਸਭਾ ਲਗਾਇਵ। ਮਹਾਰਾਜ ਦਲ ਭੰਜਨ ਸਤਿਗੁਰੂ ਜੀ ਉੱਥੇ ਦੀਵਾਨ ਲਾ ਕੇ ਬੈਠੇ ਹਨ। ਥੱਲੇ ਕਬਰਾਂ ਤੁਰਕਾਂ ਦੀਆਂ ਤੇ ਉੱਤੇ ਪਾਤਸ਼ਾਹ ਦਾ ਦੀਵਾਨ ਸਜਿਆ। ਉਹਨਾਂ ਦੀ ਵੀ ਰੂਹ ਦਾ ਕਲਿਆਣ ਕਰਨਾ ਸੀ ਸਾਧ ਸੰਗਤ ਜੀ। ਦੁਸ਼ਮਣ ਦਾ ਵੀ ਭਲਾ ਹੀ ਕਰਨਾ ਹੈ। ਨਾਲੇ ਉਹਨਾਂ ਦਾ ਹੰਕਾਰ ਤੋੜ ਰਹੇ ਨੇ ਤੇ ਨਾਲੇ ਮਹਾਰਾਜ ਉਹਨਾਂ ਦਾ ਭਲਾ ਕਰ ਰਹੇ ਨੇ। ਗਾਵਨ ਲੱਗੇ ਰਬਾਬੀ ਆਏ। ਰਬਾਬੀ ਕੀਰਤਨ ਕਰਨ ਲੱਗੇ ਹਨ। ਸਗਲ ਮੁਦਤ ਮਨ ਧਨ ਧਨ ਪਨ। ਸਾਰੀਆਂ ਸੰਗਤਾਂ ਪ੍ਰਸੰਨ ਹਨ। ਧੰਨ ਗੁਰੂ ਹਰਗੋਬਿੰਦ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਏਦਾਂ ਸਾਰੀਆਂ ਸੰਗਤਾਂ ਜਾਪ ਕਰਦੀਆਂ ਹਨ। ਕਰਹਿ ਜੰਗ ਬਾਤਨ ਮੁਸਕਾਏ। ਮਹਾਰਾਜ ਨਾਲ ਜੰਗ ਦੀਆਂ ਗੱਲਾਂ ਭਾਈ ਵਿਧੀ ਚੰਦ ਭਾਈ ਜੋਧ ਸ਼ਾਹ ਵਰਗੇ ਕਰਦੇ ਤੇ ਪ੍ਰਸੰਨ ਹੁੰਦੇ ਹਨ। ਸਭਨ ਸੁਨਾਏ ਗੁਰੂ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਸਭ ਨੂੰ ਸੁਣਾ ਕੇ ਸਿੱਖ ਮਹਾਰਾਜ ਕੋ ਨਿਕਟ ਬੁਲਾਏ। ਭਰੇ ਦੀਵਾਨ ਚ ਮਹਾਰਾਜ ਦੇ ਉਸ ਸਿੱਖ ਨੂੰ ਕੋਲ ਬੁਲਾ ਲਿਆ। ਕਹਿਓ ਤੈਂ ਜੋ ਤਰਵਾਰ ਦੁਰਾਈ। ਕਹਿਣ ਲੱਗੇ ਬਾਈ ਸਿੱਖਾ, ਉਹ ਜਿਹੜੀ ਤੂੰ ਤਲਵਾਰ ਲੁਕਾਈ ਐ ਲੈ ਆਵੋ ਅਬ ਦੇਹੋ ਗਡਾਏ। ਉਹ ਵੀ ਲੈ ਆ ਤੇ ਉਹ ਤਲਵਾਰ ਆਪਾਂ ਰੱਖਣੀ ਨਹੀਂ, ਉਹ ਵੀ ਇਹਦੇ ਵਿੱਚ ਕਬਰ ਦੇ ਵਿੱਚ ਗੱਡ ਦੇ। ਨਹੀਂ ਉਚਿਤ ਰਾਖਨ ਕੇ ਜਾਨੋ। ਉਹ ਤਲਵਾਰ ਰੱਖਣ ਦੇ ਯੋਗ ਨਹੀਂ, ਆਪਾਂ ਨਹੀਂ ਰੱਖਣੀ। ਤੁਰਕਾਂ ਦਾ ਕੁਝ ਵੀ ਸਮਾਨ ਆਪਾਂ ਨਹੀਂ ਰੱਖਣਾ। ਸ਼ਤਰਨ ਸਾਥ ਗਰਤ ਦੇਹੁ ਡਾਰ। ਵੈਰੀਆਂ ਦੇ ਤਲਵਾਰਾਂ ਸ਼ਸਤਰ ਉਹਨਾਂ ਦੇ ਨਾਲ ਹੀ ਜਾਣ ਦਿਓ। ਸੁਨ ਤਿਨ ਸਮਝਿਓ ਕਿਸਹੋ ਕਹਿਓ ਹੋਏ। ਉਹ ਸਿੱਖ ਵਿਚਾਰਾ ਮੋਟੇ ਦਿਮਾਗ ਦਾ ਸੀ, ਮੇਰੇ ਵਰਗਾ। ਜਿਵੇਂ ਅੱਜ ਕੱਲ੍ਹ ਸਾਧ ਸੰਗਤ ਜੀ ਗੁਰੂ ਨੂੰ ਸਮਰੱਥ ਆਪਾਂ ਜਾਣਦੇ ਹੀ ਨਹੀਂ ਵੀ ਗੁਰੂ ਅੰਤਰਜਾਮੀ ਵੀ ਹੁੰਦਾ ਹੈ। ਉਹਨੇ ਸੋਚਿਆ ਵੀ ਮੇਰੇ ਨਾਲ ਦੇ ਨੇ ਕਿਸੇ ਨੇ ਸ਼ਿਕਾਇਤ ਕੀਤੀ ਹੋਣੀ। ਉਹਨੇ ਸੋਚਿਆ ਵੀ ਗੁਰੂ ਨੂੰ ਕੀ ਪਤਾ ਲੱਗ ਗਿਆ। ਇਹ ਕਿਸੇ ਨਾਲ ਦੇ ਨੇ ਦੱਸਿਆ ਹੋਣਾ ਵੀ ਗੁਰੂ ਕੋਲ ਫਲਾਣੇ ਬੰਦੇ ਕੋਲ ਤਲਵਾਰ ਹੈ, ਤਾਂ ਗੁਰੂ ਜੀ ਮੰਗ ਰਹੇ ਨੇ। ਹਾਂਜੀ। ਮਤ ਸਰ ਤੇ ਚਾਰੀ ਸੋ ਉਚਾਰ। ਕਿਸੇ ਨੇ ਈਰਖਾ ਨਾਲ ਚੋਗਲੀ ਕੀਤੀ ਹੈ। ਨਹੀਂ ਲੋਭ ਤੇ ਗੁਰ ਬਚ ਮਾਨਿਓ। ਪਰ ਮਨ ਉਹਦਾ ਲਾਲਚੀ ਸੀ, ਉਹਨੇ ਗੁਰੂ ਦੀ ਗੱਲ ਮੰਨੀ ਨਹੀਂ। ਮੁਕਰ ਭਰਿਓ ਨਾ ਲਈ ਤਰਵਾਰ। ਮੁੱਕਰ ਗਿਆ, ਕਹਿੰਦਾ ਨਾ ਗੁਰੂ ਜੀ ਮੈਂ ਤਲਵਾਰ ਕੀ ਕਰਨੀ ਹੈ, ਮੈਂ ਨਹੀਂ ਰੱਖੀ। ਮਹਾਰਾਜ ਦੇ ਸਾਹਮਣੇ ਨਾਟ ਗਿਆ। ਤਿਸ ਮਨ ਕੀ ਗਤ ਅੰਤਰ ਜਾਮੀ। ਸਤਿਗੁਰੂ ਅੰਤਰਜਾਮੀ ਜਾਣੀ ਜਾਣ ਉਹਦੇ ਮਨ ਦੀ ਜਾਣਦੇ ਸਨ। ਜਾਣ ਲਈ ਲੋਭਿਓ ਹਿਤ ਧਾਰ। ਮਹਾਰਾਜ ਜਾਣ ਕੇ ਵੀ ਲਾਲਚ ਵਿੱਚ ਆ ਗਿਆ, ਬਹੁਤ ਲੋਭੀ ਹੋ ਗਿਆ ਏ। ਦਇਓ ਸਰਾਪ ਸਤਿਗੁਰ ਤਬ ਤਿਸ ਕੋ। ਤੇ ਮਹਾਰਾਜ ਸੱਚੇ ਪਾਤਸ਼ਾਹ ਸੁਭਾਵਕ ਹੀ ਬਚਨ ਕਰ ਦਿੱਤਾ। ਨਹੀਂ ਬਾਕ ਮਾਨਿਓ ਲਬ ਧਾਰ। ਮਹਾਰਾਜ ਕਹਿੰਦੇ ਲੋਭੀਆ, ਕਿਹੜੇ ਲੋਭ ਚ ਆ ਗਿਆ? ਸਾਡਾ ਬਚਨ ਮੰਨ ਲੈਂਦਾ ਤੇ ਚੰਗਾ ਰਹਿੰਦਾ, ਤੂੰ ਸਾਡਾ ਬਚਨ ਨਹੀਂ ਮੰਨਿਆ। ਰਾਖਨ ਕਰੀ ਸੋ ਤੇਰੀ ਕੁਲ ਮਹਿ। ਆ ਜਿਹੜੀ ਤੂੰ ਤਲਵਾਰ ਰੱਖ ਲਈ ਹੈ ਨਾ, ਇਹ ਤੇਰੀ ਕੁਲ ਦੇ ਵਿੱਚ ਚਲਦੀ ਰਹੇਗੀ। ਚਲਤ ਰਹੇਗੀ ਖਰ ਤਰਵਾਰ। ਤੇਰੀ ਕੁਲ 'ਚ ਤਿੱਖੀ ਤਲਵਾਰ ਚਲਦੀ ਰਹੇਗੀ। ਆਪਸ ਮਹਿ ਰਿਸ ਕਰਹਿ ਪ੍ਰਹਾਰੈ। ਤੇਰੀ ਕੁਲ ਵਾਲੇ ਆਪਸ 'ਚ ਲੜਿਆ ਕਰਨਗੇ ਤੇ ਇੱਕ ਦੂਜੀ ਨੂੰ ਮਾਰ ਦਿਆ ਕਰਨਗੇ। ਕਟੈ ਕਿਰਪਾਨ ਸੰਗ ਬਹੁ ਬਾਰ। ਕਈ ਕਤਲ ਹੋਇਆ ਕਰਨਗੇ ਆਪਸ ਵਿੱਚ, ਚਾਚੇ ਤਾਏ ਭਤੀਜੇ ਮਰਿਆ ਕਰਨਗੇ। ਅਬ ਲਓ ਸਰਾਪ ਬਿਦਤ ਹੀ ਤਿਨ ਮੈਂ। ਕਵੀ ਜੀ ਕਹਿੰਦੇ ਜਾ ਕੇ ਮਹਾਰਾਜ ਪਿੰਡ 'ਚ ਉਹਨਾਂ ਦੇ ਪਰਿਵਾਰ 'ਚ ਹੁਣ ਵੀ ਦੇਖ ਸਲੋ ਪ੍ਰਤੱਖ ਗੁਰੂ ਦਾ ਬਚਨ। ਅਜੇ ਤੱਕ ਉਹਨਾਂ ਦੇ ਵਿੱਚ 2-4 ਸਾਲ ਬਾਅਦ ਕੋਈ ਨਾ ਕੋਈ ਡੰਗ ਸੋਟਾ ਖੜਕਿਆ ਹੁੰਦਾ, ਆਪਸ ਵਿੱਚ ਕਿਸੇ ਦਾ ਸਿਰ ਪਾੜਿਆ ਹੁੰਦਾ, ਕਿਸੇ ਦੀ ਲੱਤ ਬਾਂਹ ਵੱਢੀ ਹੁੰਦੀ, ਕਈ ਵਾਰੀ ਕਤਲ ਹੋ ਜਾਂਦੇ ਹਨ। ਲੜਤ ਰਹਿ ਹੋਏ ਖੜਗ ਪ੍ਰਹਾਰ। ਤਲਵਾਰਾਂ ਚਲਦੀਆਂ ਰਹਿੰਦੀਆਂ ਉਹਨਾਂ ਦੇ ਕੁੱਲ ਵਿੱਚ, ਹੁਣ ਤੱਕ ਇਹ ਚੱਲੀ ਆਉਂਦੀ ਰੀਤ। ਸੰਧਿਆ ਲੱਗ ਸ੍ਰੀ ਸਤਿਗੁਰ ਬੈਠੇ। ਸੋ ਸਾਧ ਸੰਗਤ ਜੀ ਇਸ ਪ੍ਰਕਾਰ ਅੱਗੇ ਹੁਣ ਕਥਾ ਆਪਾਂ ਸਰਵਣ ਕਰਾਂਗੇ। ਮਹਾਰਾਜ ਕਿਸ ਤਰ੍ਹਾਂ ਇਹ ਜੰਗ ਤੋਂ ਬਾਅਦ ਅੱਗੇ ਕੌਤਕ ਕਰਦੇ ਨੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ